ਭੈਰੋ ਮਹੱਲਾ ਤੀਜਾ। ਨਾਮੇ ਉਧਰੇ ਸਭ ਜਿਤਨੇ ਲੋ, ਨਾਮੈ ਉਧਰੇ ਸਭ ਜਿਤਨੇ ਲੋ, ਗੁਰਮੁਖ ਜਿਨਾ ਪ੍ਰਾਪਤ ਹੋਏ। ਹਰ ਜੀਉ ਆਪਣੀ ਕਿਰਪਾ ਕਰੇ, ਗੁਰਮੁਖ ਨਾਮ ਵਡਿਆਈ ਦੇ ਰਹਾਉ। ਰਾਮ ਨਾਮ ਜਿਨ ਪ੍ਰੀਤ ਪਿਆਰ, ਆਪ ਉਧਰੇ ਸਭ ਕੁਲ ਉਧਾਰਨ ਹਾਰ। ਬਿਨ ਨਾਵੈ ਮਨ ਮੁਖ ਜਮਪੁਰ ਜਾਹੇ, ਔਖੈ ਹੋਵੈ ਚੋਟਾਂ ਖਾਏ। ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਆਪੇ ਕਰਤਾ ਦੇਵੈ ਸੋਏ, ਨਾਨਕ ਨਾਮ ਪ੍ਰਾਪਤ ਹੋਏ। ਨਾਨਕ ਨਾਮ ਪ੍ਰਾਪਤ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ, ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਆਪਾਂ ਸਾਰੇ ਜੁੜੇ ਬੈਠੇ ਹਾਂ ਜੀ। ਜਦੋਂ ਵੀ ਆਪਾਂ ਗੱਲ ਵਿਚਾਰੀਏ ਕਿ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ, ਚਰਨ ਕਹਿੰਦੇ ਨੇ ਸ਼ਬਦ ਨੂੰ, ਯਾਦ ਰੱਖਣਾ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਰ। ਯਾਨੀ ਜਦੋਂ ਆਪਾਂ ਕਹਿੰਦੇ ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹਾਂ, ਗੁਰੂ ਜੀ ਦੇ ਚਰਨ ਸਾਡੇ ਹਿਰਦੇ 'ਚ ਵਸ ਰਹੇ ਨੇ, ਹੈ ਨਾ। ਗੁਰੂ ਜੀ ਦੇ ਚਰਨ ਸਾਡੇ ਹਿਰਦੇ 'ਚ ਵਸ ਜਾਣ, ਇਹਦਾ ਭਾਵ ਗੁਰਮਤਿ ਅਨੁਸਾਰ ਸਿੱਖ ਜਗਤ ਦੇ ਵਿੱਚ ਗੁਰੂ ਜੀ ਦੇ ਸ਼ਬਦ ਸਾਡੇ ਹਿਰਦੇ 'ਚ ਵਸ ਜਾਣ। ਅਸੀਂ ਕਹਿੰਦੇ ਗੁਰੂ ਜੀ ਦੇ ਚਰਨੀ ਲੱਗ ਗਏ ਜੀ, ਹੈ ਨਾ। ਉਹਦਾ ਅਰਥ ਹੈ ਗੁਰੂ ਜੀ ਦੀ ਬਾਣੀ ਨਾਲ ਜੁੜ ਗਏ। ਗੁਰੂ ਜੀ ਦੀ ਬਾਣੀ ਨਾਲ ਸਿੱਖ ਆਪਣੇ ਮਸੁਰਤ ਕਰਕੇ ਜੁੜਦਾ ਹੈ, ਕਹਿੰਦੇ ਚਰਨੀ ਲੱਗਣਾ ਕਹਿੰਦੇ ਨੇ, ਧਿਆਨ ਰੱਖਣਾ। ਸੋ ਗੁਰੂ ਮਹਾਰਾਜ ਜੀ ਦੀ ਇਸ ਵਿਚਾਰ ਨੂੰ ਹਿਰਦੇ 'ਚ ਵਸਾਇਓ ਕਿ ਅਸੀਂ ਗੁਰੂ ਜੀ ਦੇ ਚਰਨਾਂ ਨਾਲ ਜੁੜੇ ਰਹਿੰਦੇ ਹਾਂ। ਗੁਰੂ ਜੀ ਦੇ, ਉਹਦਾ ਅਰਥ ਹੈ ਬਾਣੀ ਦੇ ਸ਼ਬਦਾਂ ਰਾਹੀਂ ਜੁੜੇ ਰਹਿੰਦੇ ਹਾਂ। ਸੋ ਜੀਵਨ ਵਿੱਚ ਇਹ ਸਿੱਖਣ ਵਾਸਤੇ ਅਸੀਂ ਸਿੱਖ ਬਣੇ ਹਾਂ। ਇਸ ਦਰ ਦੇ ਉੱਤੇ ਲੜੀਵਾਰ ਵਿਚਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਚੱਲ ਰਹੀ ਹੈ। ਭੈਰੋਂ ਰਾਗ ਦਾ ਹੁਣ 7ਵਾਂ ਸ਼ਬਦ ਤੀਜੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਕਹਿੰਦੇ ਭਾਈ ਸਾਡੇ ਵਾਸਤੇ ਮਾਰਗ ਦਰਸ਼ਨ ਦੇਣ ਵਾਸਤੇ ਘੱਟ ਬੈਠੇ ਮਾਲਕ ਨੇ ਇਹ ਸ਼ਬਦ ਭੇਜੇ ਨੇ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਭੈਰੋ ਮਹੱਲਾ ਤੀਜਾ। ਭੈਰੋਂ ਰਾਗ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਜੋ ਘੱਟ ਬੈਠੇ ਰੱਬ ਜੀ ਵਸਦੇ ਨੇ, ਉਹਨਾਂ ਤੋਂ ਉਚਾਰਨ ਹੋਇਆ ਇਹ ਸ਼ਬਦ ਹੈ। ਮਹਾਰਾਜ ਕਹਿੰਦੇ ਹਨ ਭਾਈ, ਨਾਮੇ ਉਧਰੇ ਸਭ ਜਿਤਨੇ ਲੋ, ਕਹਿੰਦੇ ਨਾਮ ਨਾਲ ਹੀ ਜਿਤਨੇ ਲੋ, ਯਾਨੀ ਜਿਤਨੇ ਜੀਵਨ ਜਿਉਂਦੇ ਨੇ, ਪ੍ਰਕਾਸ਼ ਵਿੱਚ ਨੇ, ਉਹਨੂੰ ਲੋ ਕਹਿੰਦੇ ਨੇ। ਤਿੱਥੇ ਲੋ ਆਕਾਰ ਸ਼ਬਦ ਪੜ੍ਹਿਆ ਸੀ ਜਪਜੀ ਸਾਹਿਬ। ਕਹਿੰਦੇ ਭਾਈ ਆਏ ਜਿੱਥੇ ਜਿੱਥੇ ਜੀਵਨ ਹੈ, ਇਹ ਜੇ ਉਧਰਦਾ ਹੈ ਤੇ ਕਹਿੰਦੇ ਰੱਬ ਦੇ ਨਾਮ ਨਾਲ ਉਧਰਦਾ ਹੈ। ਪਵਨ ਪਾਣੀ ਬੈਸੰਤਰ ਇਹ ਵੀ ਰੱਬ ਦਾ ਨਾਮ ਜਪਦੇ ਨੇ। ਧਰਤੀ ਖੰਡ ਮੰਡਲ ਬ੍ਰਹਿਮੰਡ ਇਹ ਵੀ ਰੱਬ ਦਾ ਨਾਮ ਜਪਦੇ ਨੇ। ਧਿਆਨ ਰੱਖਣਾ, ਗਾਵਨ ਤੁਧਨੋਂ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਧਿਆਨ ਰੱਖਣਾ,
ਹਰੇਕ ਜੀ ਜੋ ਚੀਜ਼ ਸੰਸਾਰ ਦੇ ਵਿੱਚ ਇਸ ਸ੍ਰਿਸ਼ਟੀ ਦੇ ਵਿੱਚ ਹੋਂਦ ਵਿੱਚ ਆਈ ਹੈ, ਇਹ ਸਭ ਨਾਮ ਕੇ ਧਾਰੇ ਸਗਲੇ ਚੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਧਿਆਨ ਰੱਖਣਾ, ਜਿਤਨੇ ਸੰਸਾਰ ਦੀ ਸ੍ਰਿਸ਼ਟੀ ਰਚੀ ਹੈ ਇਹ ਕਿਵੇਂ ਟਿਕੀ ਹੈ? ਕਹਿੰਦੇ ਨਾਮ ਨਾਲ ਟਿਕੀ ਹੈ, ਨਾਮ ਨਾਲ। ਯਾਨੀ ਕੋਈ ਜੀਵ ਜੋ ਵੀ ਹੈ, ਜੋ ਵੀ ਸੰਸਾਰ ਦੀ ਹੋਂਦ ਵਿੱਚ ਹੈ, ਉਹ ਆਪਣੇ ਆਪ ਨੂੰ ਜਨਾਉਂਦਾ ਨਹੀਂ ਹੈ। ਧਿਆਨ, ਇਹੀ ਮਨੁੱਖ ਹੈ ਜਿਹੜਾ ਆਪਣੇ ਆਪ ਨੂੰ ਜਨਾਉਂਦਾ ਹੈ। ਇਹੀ ਮਨੁੱਖ ਹੈ, ਇਹਨੂੰ ਸੰਸਾਰ ਦੀ ਖੇਡ ਖੇਡਣੀ ਆ ਨਹੀਂ ਰਹੀ। ਇਹੀ ਮਨੁੱਖ ਹੈ ਜੋ ਬਚਪਨ ਤੋਂ ਲੈ ਕੇ ਮੈਂ ਕਰ ਰਿਹਾ। ਬਚਪਨ ਤੋਂ ਲੈ ਕੇ ਜਦੋਂ ਤੋਂ ਆਪਾਂ ਜਨਮੇ ਹਾਂ, ਆਪਾਂ ਨੂੰ ਆਪਣੀ ਸੋਝੀ ਹੈ, ਆਪਾਂ ਨੂੰ ਆਪਣੇ ਸਰੀਰ ਦੀ ਸੋਝੀ ਹੈ, ਆਪਣੇ ਘੱਟ ਬੈਠੇ ਰੱਬ ਦੀ ਸੋਝੀ ਨਹੀਂ ਹੈ। ਧਿਆਨ ਰੱਖਣਾ, ਸਾਡੇ ਮਨ ਨੂੰ ਆਪਣੇ ਸਰੀਰ ਦੀ ਸੋਝੀ ਹੈ। ਮੈਂ ਕਿਵੇਂ ਲੱਗਦਾ, ਮੈਂ ਕਿਵੇਂ ਲੱਗਣਾ ਚਾਹੀਦਾ ਹੈ ਨਾ, ਮੈਨੂੰ ਕਿਵੇਂ ਦਿਖਣਾ ਚਾਹੀਦਾ ਹੈ, ਮੈਂ ਕਿਵੇਂ ਦਿਖਦਾ ਤੁਹਾਨੂੰ, ਮੈਂ ਕਿਵੇਂ ਕੀਤਾ, ਮੈਂ ਕਿਵੇਂ ਕਰਤਾ, ਆਹ ਬੋਲਦਾ। ਇਹ ਕਦੇ ਨਹੀਂ ਇਹਨੇ ਸਿੱਖਿਆ ਕਿ ਘੱਟ ਬੈਠੇ ਰੱਬ ਜੀ ਆਪਣੇ ਅੰਦਰ ਵਸਦੇ ਨੇ। ਘੱਟ ਬੈਠੇ ਰੱਬ ਜੀ ਦੀ ਹੋਂਦ ਸਾਡੇ ਵਿੱਚ ਨਿਰੰਤਰ ਵਸੀ ਹੋਈ ਹੈ, ਨਿਰੰਤਰ ਟਿਕੀ ਹੋਈ ਹੈ। ਅਤੇ ਸਾਡਾ ਮਨ ਘੱਟ ਬੈਠੇ ਰੱਬ ਨਾਲ ਰਹਿਣ ਵਾਸਤੇ ਇਹ ਸਰੀਰ ਲਿਆ ਹੈ। ਅਤੇ ਇਹ ਸਰੀਰ ਦੇ ਵਿੱਚ ਜੇ ਸਾਡੇ ਮਨ ਨੇ ਘੱਟ ਬੈਠੇ ਰੱਬ ਦੇ ਗੁਣ ਨਾ ਗਾਏ, ਜੇ ਸਰੀਰ ਵਿੱਚ ਰਹਿੰਦਿਆਂ ਹੋਇਆਂ ਸਾਡਾ ਮਨ ਘੱਟ ਬੈਠੇ ਰੱਬ ਨਾਲ ਨਹੀਂ ਜੁੜਨ ਦਾ, ਘੱਟ ਬੈਠੇ ਰੱਬ ਨਾਲ ਨਹੀਂ ਮਿਲਦਾ, ਅਤੇ ਸਮਝਣਾ ਇਹਦਾ ਜਨਮ ਲਿੱਤਾ ਹੋਇਆ ਬੇਕਾਰ ਹੋ ਗਿਆ, ਬੇਕਾਰ। ਸੋ ਜੀਵਨ ਦੇ ਵਿੱਚ ਫਿਰ ਗੱਲ ਨੂੰ ਵਿਚਾਰਿਓ ਕਿ ਹਰ ਕੰਮ ਸੰਸਾਰ ਦਾ ਜੀਵਨ ਦੇ ਵਿੱਚੋਂ ਹੋਣਾ ਹੈ। ਜਿਵੇਂ ਆਪਾਂ ਕਹਿੰਦੇ ਮੈਂ ਕਿ ਭਜਨ ਕਰਾਂ ਕਿ ਕੰਮ ਕਰਾਂ, ਮੈਥੋਂ ਭਜਨ ਹੋਵੇਗਾ ਕਿ ਕੰਮ ਹੋਏਗਾ। ਮਹਾਰਾਜ ਕਹਿੰਦੇ ਭਾਈ ਕੰਮ ਕਰਦਿਆਂ ਹੋਇਆਂ ਭਜਨ ਕਰਨਾ ਹੈ। ਕੰਮ ਕਰਦਿਆਂ ਹੋਇਆਂ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜਿਹੜਾ ਸਾਡਾ ਭਜਨ ਕਰਨ ਦਾ ਤਰੀਕਾ ਹੈ, ਇਹ ਕੰਮ ਛੱਡ ਕੇ ਰੱਬ ਨੂੰ ਯਾਦ ਕਰਨਾ ਐਸਾ ਸਿੱਖ ਨੂੰ ਨਹੀਂ ਸਿਖਾਇਆ। ਕਹਿੰਦੇ ਭਾਈ ਕੰਮ ਕਰਦਿਆਂ ਹੋਇਆਂ ਰੱਬ ਨੂੰ ਯਾਦ ਕਰਨ ਵਾਸਤੇ ਅਸੀਂ ਬਾਣੀ ਪੜ੍ਹਦੇ ਹਾਂ, ਬਾਣੀ ਨੂੰ ਸਮਝਦੇ ਹਾਂ, ਸਮਝ ਕੇ ਆਪਾਂ ਰੱਬ ਨੂੰ ਯਾਦ ਕਰਦੇ ਹਾਂ ਤਾਂ ਕਿ ਜਦੋਂ ਕੰਮ ਕਰਦੇ ਹੋਈਏ ਰੱਬ ਭੁੱਲੇ ਨਾ, ਰੱਬ ਨਾ ਭੁੱਲੇ। ਸੋ ਜੀਵਨ ਵਿੱਚ ਇਹ ਦੋਨੋਂ ਸਰੂਪ ਸਾਡੇ ਬਹੁਤ ਅੱਛੇ ਤਰੀਕੇ ਨਾਲ ਜੀਵਨ ਦੇ ਨਾਲ ਨਾਲ ਚੱਲਣੇ ਨੇ। ਜੀਵਨ ਦੇ ਨਾਲ ਨਾਲ ਇੱਕ ਤਾਂ ਰੱਬ ਦਾ ਧਿਆਨ ਅੰਦਰ ਵਸਣਾ ਹੈ, ਅਤੇ ਦੂਜਾ ਸਾਡੇ ਸਰੀਰ ਰਾਹੀਂ ਹਰ ਕਰਮ ਕਰਨਾ ਹੈ। ਆਪਾਂ ਨੇ ਕਰਮ ਦੇ ਕਰਨ ਦੀਆਂ ਤਿਆਰੀਆਂ ਤਾਂ ਪੂਰੀਆਂ ਕੀਤੀਆਂ। ਕਹਿੰਦੇ ਨੌਕਰੀ ਕਰਨ ਵਾਸਤੇ ਅਸੀਂ ਪੜ੍ਹਾਈ ਕੀਤੀ, ਨੌਕਰੀ ਕਰਨ ਵਾਸਤੇ ਅਸੀਂ ਬੜੇ ਚੰਗੀ ਤਰ੍ਹਾਂ ਪੜ੍ਹ ਕੇ ਧਿਆਨ ਰੱਖਣਾ, ਆਪਣੇ ਆਪ ਨੂੰ ਨੌਕਰੀ ਦੇ ਵਿੱਚ ਲੈ ਕੇ ਆਉਣੇ ਆ। ਪਰ ਕਹਿੰਦੇ ਭਾਈ ਇਹ ਨਹੀਂ ਅਸੀਂ ਖਿਆਲ ਕਰਦੇ ਕਿ ਜਿਹੜੇ ਰੱਬ ਜੀ ਸਾਡੇ ਵਿੱਚ ਵਸਦੇ ਨੇ ਅਸੀਂ ਉਹਨਾਂ ਨਾਲ ਵਸਣਾ ਹੈ। ਉਹਨਾਂ ਨਾਲ ਵਸਦਿਆਂ ਹੋਇਆਂ ਇੱਕ ਨੌਕਰੀ ਕਰਨੀ ਸੀ, ਉਹਨਾਂ ਨਾਲ ਵਸਦਿਆਂ ਹੋਇਆਂ ਰੱਬ ਦੇ ਯਾਦ ਦੇ ਵਿੱਚ ਆਪਾਂ ਨੇ ਕਰਮ ਨਿਭਾਉਣਾ ਸੀ। ਅਤੇ ਕਰਮ ਅਸੀਂ ਵੱਖਰਾ ਕਰ ਦਿੱਤਾ ਹੈ ਅਤੇ ਰੱਬ ਦਾ ਨਾਮ ਜਪਣਾ ਅਸੀਂ ਵੱਖਰਾ ਕਰ ਦਿੱਤਾ ਹੈ। ਐਸਾ ਨਹੀਂ ਹੈ। ਜੀਵਨ ਦੇ ਵਿੱਚ ਰੱਬ ਦਾ ਨਾਮ ਜਪਣ ਦੇ ਵਾਸਤੇ ਵੀ ਜੋ ਕਰਮ ਕਰ ਰਿਹਾ, ਪਹਿਲਾਂ ਇੱਥੋਂ ਸ਼ੁਰੂ ਕਰੋ। ਜੇ ਰੱਬ ਦਾ ਨਾਮ ਜਪਣ ਵਾਸਤੇ ਵੀ ਅਸੀਂ ਬਾਣੀ ਪੜ੍ਹ ਰਹੇ ਹਾਂ, ਰੱਬ ਦਾ ਨਾਮ ਜਪਣ ਵਾਸਤੇ ਵੀ ਅਸੀਂ ਬਾਣੀ ਨੂੰ ਸਮਝ ਕੇ ਘੱਟ ਬੈਠੇ ਰੱਬ ਨਾਲ ਜੁੜਨ ਦਾ ਪ੍ਰਯਾਸ ਕਰ ਰਹੇ ਹਾਂ, ਅਸੀਂ ਬਾਣੀ ਪੜ੍ਹ ਕੇ ਘੱਟ ਬੈਠੇ ਰੱਬ ਨੂੰ ਯਾਦ ਕਰਨ ਦਾ ਤਰੀਕਾ ਸਮਝ ਰਹੇ ਹਾਂ, ਐਸਾ ਇਹ ਵੀ ਇੱਕ ਕਰਮ ਹੈ। ਇਹ ਕਰਮ ਕਰਦਿਆਂ ਹੋਇਆਂ ਸਾਡੇ ਮਨ ਨੇ ਜਾਣਨਾ ਕਿ ਜਿਸ ਦੀ ਅਸੀਂ ਬਾਣੀ ਪੜ੍ਹ ਰਹੇ ਹਾਂ ਉਹ ਘੱਟ ਬੈਠੇ ਰੱਬ ਦੀ ਬਾਣੀ ਹੈ, ਅਤੇ ਜਿਸ ਨਾਲ ਇਸ ਬਾਣੀ ਦੁਆਰਾ ਅਸੀਂ ਜੁੜਨਾ ਉਹ ਘੱਟ ਬੈਠੇ ਰੱਬ ਨਾਲ ਜੁੜਨਾ ਹੈ। ਤਾਂ ਕਿ ਆਹ ਜਿਹੜਾ ਬਾਣੀ ਦਾ ਪਾਠ ਕਰਨ ਦਾ ਕਰਮ ਹੈ, ਇਹ ਜੋ ਘੱਟ ਬੈਠੇ ਰੱਬ ਨੂੰ ਜੀਵਨ ਵਿੱਚ ਜੋੜਨ ਦਾ ਜਿਹੜਾ ਕਰਮ ਹੈ, ਇਹ ਗੁਰਬਾਣੀ ਰਾਹੀਂ ਸਾਨੂੰ ਇਹ ਸਮਝ ਆਉਣੀ ਹੈ ਕਿ ਮਾਲਕ ਇਹ ਤੂੰ ਕਰਾ ਰਿਹਾ ਤਾਂ ਹੋ ਰਿਹਾ।
ਇਹ ਕਰਮ ਸਾਡਾ ਪਹਿਲਾਂ ਸਫਲਾ ਤਾਂ ਹੋਣਾ ਹੈ, ਗੁਰਦੁਆਰੇ ਆਉਣਾ ਵੀ ਤਾਂ ਸਫਲਾ ਹੋਣਾ ਹੈ ਜੇ ਸਫਲਾ ਗੁਰਦੁਆਰੇ ਆਉਂਦਿਆਂ ਹੈ ਮਨ ਕਹਿਣ ਲੱਗੇ, ਮਨ ਸਮਝ ਕੇ ਬੋਲਣ ਲੱਗੇ ਕਿ ਮੈਂ ਗੁਰਦੁਆਰੇ ਵੀ ਮੈਂ ਆਇਆ ਅਤੇ ਤੂੰ ਲੈ ਕੇ ਆਇਆ। ਜੇ ਮੈਂ ਪਾਠ ਵੀ ਕਰ ਰਿਹਾ, ਜੇ ਮੈਂ ਜਪਜੀ ਸਾਹਿਬ ਦਾ ਵੀ ਪਾਠ ਕਰ ਰਿਹਾ ਅਤੇ ਤੂੰ ਕਰਾ ਰਿਹਾ ਤਾਂ ਮੈਂ ਕਰ ਪਾ ਰਿਹਾ। ਧਿਆਨ ਰੱਖਣਾ। ਫਿਰ ਜਿਸ ਵੇਲੇ ਬਾਣੀ ਸਮਝਣ ਵਾਸਤੇ ਅਸੀਂ ਪਿਆਰ ਨਾਲ ਸਮਝਾਂਗੇ, ਵਿਚਾਰਾਂਗੇ, ਉਸ ਵੇਲੇ ਵੀ ਕਰਮ ਕਰਦਿਆਂ ਹੈ ਕਹਿਣਾ ਕਿ ਮਾਲਕ ਇਹ ਜਪਜੀ ਸਾਹਿਬ ਵੀ ਮੈਂ ਤਾਂ ਪੜ੍ਹ ਰਿਹਾ, ਇਹ ਜੇ ਮੈਨੂੰ ਜਨਾ ਰਿਹਾ ਅਤੇ ਤੂੰ ਜਨਾ ਰਿਹਾ, ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਹਰ ਕਿਰਿਆ ਕਰਮ ਦੀ ਕਰਦਿਆਂ ਹੋਇਆਂ ਰੱਬ ਨੂੰ ਯਾਦ ਰੱਖਣ ਦਾ ਇੱਕ ਬਹੁਤ ਸਫਲਾ ਤਰੀਕਾ ਹੈ, ਬਹੁਤ ਅੱਛਾ ਤਰੀਕਾ ਹੈ। ਐਸਾ ਰੱਬ ਨੂੰ ਯਾਦ ਕਰਨ ਦਾ ਜਿਹੜਾ ਤਰੀਕਾ ਹੈ, ਮੈਡੀਟੇਸ਼ਨ ਕਰਨ ਦਾ, ਜਿਹੜਾ ਕਰਮ ਕਰਦਿਆਂ ਹੋਇਆ ਮੈਡੀਟੇਟ ਕਰੇ, ਕਰਮ ਕਰਦਿਆਂ ਹੋਇਆਂ ਜੀਵਨ ਦੇ ਵਿੱਚ ਰੱਬ ਦੇ ਵਿੱਚ ਸਮਾਵੇ ਅਤੇ ਰੱਬ ਆਪਣੇ ਵਿੱਚੋਂ ਬਾਹਰ ਆਵੇ, ਇਹਨੂੰ ਮੈਡੀਟੇਸ਼ਨ ਕਹਿੰਦੇ ਨੇ। ਇਹਨੂੰ ਕਹਿੰਦੇ ਨੇ ਸਿੱਖ ਨੇ ਧਿਆਨ ਰੱਖਣਾ, ਸਿੱਖ ਦਾ ਧਿਆਨ ਡਿਵੈਲਪ ਹੋਣਾ, ਸਿੱਖ ਦਾ ਧਿਆਨ ਬਣਨਾ। ਕਿਵੇਂ ਧਿਆਨ ਬਣਨਾ ਕਿ ਪਾਠ ਕਰਦਿਆਂ ਹੋਇਆਂ ਜੇ ਹਾਲੇ ਧਿਆਨ ਨਹੀਂ ਹੈ ਰੱਬ ਦਾ, ਅਤੇ ਬੰਦੇ ਦਾ ਹਾਲੇ ਧਿਆਨ ਰੱਬ ਦਾ ਬਣਦਾ ਨਹੀਂ, ਅਤੇ ਬੰਦਾ ਕੀ ਕਹਿੰਦਾ, ਇਹ ਪਾਠ ਮੈਂ ਕੀਤਾ, ਉਹਦਾ ਅਰਥ ਹੈ ਕਿ ਇਹਦਾ ਹਾਲੇ ਧਿਆਨ ਬਣਿਆ ਨਹੀਂ ਹੈ। ਧਿਆਨ ਰੱਖਣਾ। ਜੇ ਬਾਣੀ ਪੜ੍ਹਦਿਆਂ ਹੋਇਆਂ ਜੇ ਬੰਦਾ ਕਹਿੰਦਾ ਮੈਂ ਬਾਣੀ ਪੜ੍ਹੀ, ਉਹਦਾ ਅਰਥ ਹੈ ਕਿ ਇਹਦਾ ਹਾਲੇ ਧਿਆਨ ਨਹੀਂ ਬਣਿਆ, ਇਹਨੂੰ ਹਾਲੇ ਗਿਆਨ ਨਹੀਂ ਹੋਇਆ। ਧਿਆਨ ਰੱਖਣਾ। ਜੀਵਨ ਦੇ ਵਿੱਚ ਸਾਡਾ ਗਿਆਨ ਅਤੇ ਧਿਆਨ ਇਹ ਦੋਨੋਂ ਜੁੜੇ ਹੁੰਦੇ ਨੇ। ਧਿਆਨ ਰੱਖਣਾ। ਅਸੀਂ ਗਿਆਨ ਲੈਂਦੇ ਹਾਂ ਧਿਆਨ ਦੇ ਨਾਲ, ਤਾਂ ਕਿ ਸਾਡੇ ਮਨ ਨੂੰ ਗਿਆਨ ਘੱਟ ਬੈਠੇ ਰੱਬ ਦਾ ਹੋਵੇ ਅਤੇ ਸਾਡਾ ਧਿਆਨ ਘੱਟ ਬੈਠੇ ਰੱਬ ਦੇ ਨਾਲ ਬਣੇ, ਤਾਂ ਕਿ ਜੀਵਨ ਦਾ ਕਰਮ ਕਰਦਿਆਂ ਹੋਇਆਂ ਉਹ ਘੱਟ ਬੈਠੇ ਰੱਬ ਦਾ ਧਿਆਨ ਉਖੜ ਨਾ ਜਾਏ, ਮੈਂ ਵਿੱਚ ਨਾ ਅੜ ਜਾਏ, ਹੰਕਾਰ ਵਿੱਚ ਨਾ ਅੜ ਜਾਏ, ਆਪਣੇ ਮਨ ਤੱਕ ਸੀਮਿਤ ਨਾ ਹੋ ਜਾਏ ਮਨ ਦਾ ਧਿਆਨ। ਮਨ ਦਾ ਧਿਆਨ ਮਨ ਦੇ ਅੰਦਰ ਬੈਠੇ ਰੱਬ ਤੱਕ ਉਹਦੀ ਪਹੁੰਚ ਬਾਣੀ ਦੇ ਰਾਹੀਂ ਹੋਵੇ। ਗਿਆਨ ਤਾਂ ਹੋਇਆ ਜਾਣੋ, ਨਹੀਂ ਤਾਂ ਗਿਆਨ ਨਹੀਂ ਮਿਲਿਆ, ਨਹੀਂ ਲੈ ਪਾਏ। ਸੋ ਮਹਾਰਾਜ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਕਹਿੰਦੇ ਜੀਵਨ ਵਿੱਚ ਗਿਆਨ ਅਤੇ ਧਿਆਨ ਦੇ ਨਾਲ ਕਹਿੰਦੇ ਕਰਮ ਜੁੜਿਆ ਹੋਇਆ ਭਾਈ, ਆਖੋ ਸਤਿਨਾਮ। ਹੈ ਨਾ। ਅਸੀਂ ਕਰਮ ਵੱਖਰਾ ਕਰ ਦਿੰਦੇ ਹਾਂ, ਬਾਣੀ ਦਾ ਗਿਆਨ ਵੱਖਰਾ ਲੈਂਦੇ ਹਾਂ, ਧਿਆਨ ਅਸੀਂ ਤੀਜੀ ਜਗ੍ਹਾ ਹੋਰ ਹੀ ਜੋੜਦੇ ਹੁੰਦੇ ਹਾਂ। ਧਿਆਨ। ਇਹ ਤਿੰਨੋਂ ਐਸਪੈਕਟ ਸਾਡੇ ਵੱਖਰੇ ਵੱਖਰੇ ਖਿੰਡ ਗਏ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਐਸਾ ਨਹੀਂ, ਅਸੀਂ ਗਿਆਨ ਲੈਣਾ ਅਤੇ ਘੱਟ ਬੈਠੇ ਰੱਬ ਦਾ ਗਿਆਨ ਲੈਣਾ, ਤਾਂ ਕਿ ਕਰਮ ਕਰਦਿਆਂ ਹੋਇਆਂ ਸਾਡੇ ਅੰਦਰ ਧਿਆਨ ਬਣਿਆ ਰਹੇ ਘੱਟ ਬੈਠੇ ਰੱਬ ਦਾ, ਅਤੇ ਮਨ ਭੁੱਲ ਕੇ ਨਾ ਕਹਿ ਦੇ ਮੈਂ ਕੀਤਾ। ਸਾਚੀ ਬਾਣੀ ਕਰਮ ਕਰੇ ਅੰਦਰ ਨਾਮ ਤੇ ਆਏ। ਜੇ ਐਸਾ ਬੰਦਾ ਰੱਬ ਦਾ ਨਾਮ ਰੋਜ਼ ਲੈਣ ਲੱਗ ਜਾਏ, ਕਹਿੰਦੇ ਟਰੁਥਫੁਲੀ ਘੱਟ ਬੈਠੇ ਰੱਬ ਨੂੰ ਐਕਸਪ੍ਰੈਸ ਕਰਦਾ ਰਹੇ ਕਰਮ ਕਰਦਿਆਂ ਹੋਇਆ, ਉਹ ਜਾਂਚ ਆ ਜਾਏ ਕਿਤੇ ਮਨ ਨੂੰ ਗਿਆਨ ਰਾਹੀਂ ਸਿੱਖ ਦੇ ਮਨ ਵਿੱਚ, ਅਤੇ ਸਮਝੋ ਸਿੱਖ ਰੱਬ ਦੇ ਰਾਸਤੇ 'ਤੇ ਤੁਰ ਪਿਆ, ਜੱਗ ਵਿੱਚ ਰਹਿੰਦਾ ਹੋਇਆ। ਜੱਗ ਨੂੰ ਛੱਡ ਕੇ ਰੱਬ ਨੂੰ ਨਹੀਂ ਧਿਆਉਣਾ। ਪਹਿਲਾਂ ਇਹ ਸਾਰੇ ਵੱਖਰੇ ਵੱਖਰੇ ਲੋਕਾਂ ਨੇ ਕਰਮ ਕਰਨੇ ਸ਼ੁਰੂ ਕਰ ਦਿੱਤੇ। ਜਿਹੜੇ ਰਾਜੇ ਮਹਾਰਾਜੇ ਸੀ ਨਾ, ਭਗੀਰਥ ਵਰਗੇ ਵੱਡੇ ਵੱਡੇ, ਉਹਨਾਂ ਨੇ ਆਪਣਾ ਰਾਜ ਪਾਟ ਛੱਡ ਕੇ ਫਿਰ ਜੰਗਲਾਂ 'ਚ ਜਾ ਕੇ ਭਜਨ ਕਰਨ ਲੱਗ ਗਏ। ਧਿਆਨ ਰੱਖ। ਮਹਾਰਾਜ ਕਹਿੰਦੇ ਭਾਈ ਜੰਗਲਾਂ 'ਚ ਜਾਣ ਦੀ ਲੋੜ ਕੀ ਸੀ? ਕਹਿੰਦੇ ਤੁਹਾਨੂੰ ਗਿਆਨ ਨਹੀਂ ਹੋਇਆ ਕਿ ਕਰਮ ਕਰਦਿਆਂ ਹੋਇਆਂ ਤੁਹਾਡਾ ਧਿਆਨ ਰੱਬ ਵਿੱਚ ਜੁੜੇ, ਅਤੇ ਤੁਸੀਂ ਰਾਜ ਪਾਟ ਕਮਾਉਂਦਿਆਂ ਹੋਇਆਂ ਜਾਣਨਾ ਕਿ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਕਹਿੰਦੇ ਭਾਈ ਰਾਜ ਅਤੇ ਜੋਗ ਘੱਟ ਬੈਠੇ ਰੱਬ ਦਾ, ਕਹਿੰਦੇ ਜੋਗ ਕਮਾਉਣਾ ਅਤੇ ਰਾਜ ਕਰਨਾ ਸੰਸਾਰ ਦੇ ਵਿੱਚ। ਕਹਿੰਦੇ ਭਾਈ ਇਹ ਜੀਵਨ ਦੇ ਵਿੱਚ ਕਹਿੰਦੇ ਤਖਤ ਹੈ ਜੋ ਸੰਸਾਰ ਦੇ ਵਿੱਚ ਸਭ ਨੂੰ ਮਹਾਰਾਜ ਨੇ ਦਿੱਤਾ ਹੈ, ਰੱਬ ਨੇ ਦਿੱਤਾ ਹੈ। ਕਹਿੰਦੇ ਕਿਵੇਂ ਦਿੱਤਾ ਹੈ? ਕਹਿੰਦੇ ਬਾਣੀ ਦੇ ਗੁਰੂ ਦੇ ਦੱਸੇ ਹੋਏ ਗੁਰ ਅਨੁਸਾਰ। ਧਿਆਨ, ਗੁਰ ਅਨੁਸਾਰ ਜੋਗ ਜੋ ਮਿਲਦਾ ਹੈ, ਬਾਣੀ ਤੋਂ ਜੋ ਗੁਰ ਮਿਲਦਾ ਨਾ, ਜੁਗਤ ਮਿਲਦੀ ਹੈ ਨਾ, ਕਿਵੇਂ ਰਹਿਣਾ ਆਪਾਂ ਨੇ, ਕਿਵੇਂ ਪਾਠ ਕਰਨਾ ਹੈ, ਕਿਵੇਂ ਗਿਆਨ ਲੈਣਾ ਹੈ,
ਕਿਵੇਂ ਆਪਾਂ ਘੱਟ ਬੈਠੇ ਰੱਬ ਨੂੰ ਯਾਦ ਕਰਨਾ ਹੈ। ਬਾਣੀ ਪੜ੍ਹਦਿਆਂ ਹੋਇਆਂ ਸਾਡੀ ਯਾਦ ਭੁੱਲ ਨਾ ਜਾਏ। ਬਾਣੀ ਪੜ੍ਹਦਿਆਂ ਹੋਇਆਂ ਸਾਡੀ ਯਾਦ ਜੁੜਨ ਲੱਗ ਜਾਏ। ਐਸਾ ਜੀਵਨ ਦੇ ਵਿੱਚ ਸਾਡਾ ਸਾਰਾ ਪਰਸਨੈਲਿਟੀ ਦਾ ਜਿਹੜਾ ਸਰੂਪ ਹੈ ਨਾ, ਉਹ ਇੱਕ ਹੋਣਾ ਹੈ ਰੱਬ ਨਾਲ। ਅਤੇ ਰੱਬ ਦਾ ਸਰੂਪ ਸਾਨੂੰ ਸਾਡੇ ਮਨ ਨੂੰ ਦਿਖਣਾ ਹੈ ਕਿ ਇਹ ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸੁਆਮੀ ਪ੍ਰਭ ਮੇਰਾ। ਸੋ ਜੀਵਨ ਦੀ ਇਸ ਅਵਸਥਾ ਤੋਂ ਸਾਨੂੰ ਲੋਕਾਂ ਨੇ ਬਹੁਤ ਦੂਰ ਕਰ ਦਿੱਤਾ ਹੈ। ਧਿਆਨ ਰੱਖਣਾ, ਇਹ ਬੰਦੇ ਨੇ ਹੀ ਜਿਹੜਾ ਜਨਮ ਲੈ ਰਿਹਾ ਹੈ, ਇਸ ਬੰਦੇ ਨੇ ਹੀ ਰੱਬ ਵਰਗਾ ਹੋਣਾ ਹੈ। ਇਸ ਬੰਦੇ ਵਿੱਚੋਂ ਹੀ ਰੱਬ ਦੀ ਬਾਣੀ ਲੋਕਾਂ ਨੂੰ ਸੁਣਾਈ ਦੇਣੀ ਹੈ। ਇਸ ਬੰਦੇ ਵਿੱਚੋਂ ਹੀ ਰੱਬ ਦਾ ਕੀਤਾ ਹੋਇਆ ਲੋਕਾਂ ਨੇ ਦਰਸ਼ਨ ਪਾਉਣੇ ਨੇ। ਅਤੇ ਲੋਕਾਂ ਨੇ ਕਹਿਣਾ ਕਿ ਜੀ ਇਹ ਬੰਦਾ ਨਹੀਂ ਕਰ ਰਿਹਾ, ਇਹ ਰੱਬ ਕਰ ਰਿਹਾ ਇਸ ਬੰਦੇ ਵਿੱਚੋਂ। ਇਹ ਬੰਦਾ ਨਹੀਂ ਬੋਲ ਰਿਹਾ, ਇਹ ਰੱਬ ਬੋਲ ਰਹੇ ਨੇ ਇਸ ਬੰਦੇ ਵਿੱਚੋਂ। ਐਸਾ ਮਾਤਾ ਵਿੱਚੋਂ ਵੀ ਰੱਬ ਬੋਲਦਾ ਸੁਣਾਈ ਦੇਣਾ ਚਾਹੀਦਾ ਸੀ ਬੱਚੇ ਨੂੰ। ਐਸਾ ਪਿਤਾ ਵਿੱਚੋਂ ਵੀ ਰੱਬ ਬੋਲਦਾ ਸੁਣਾਈ ਦੇਣਾ ਚਾਹੀਦਾ ਸੀ। ਐਸਾ ਮਾਤਾ ਵਿੱਚੋਂ ਵੀ ਕਰਮ ਕਰਦਿਆਂ ਹੋਇਆਂ ਰੱਬ ਦਿਖਾਈ ਦੇਣਾ ਚਾਹੀਦਾ ਸੀ। ਇਹ ਮਾਂ ਨਹੀਂ ਕਰ ਰਹੀ, ਰੱਬ ਕਰ ਰਿਹਾ, ਜੋ ਮਾਂ ਬਣ ਕੇ ਮੈਨੂੰ ਪਾਲ ਰਿਹਾ। ਐਸਾ ਬੱਚੇ ਦੇ ਅੰਦਰ ਹੋਸ਼ ਆਉਣਾ ਸੀ, ਗਿਆਨ ਹੋਣਾ ਸੀ, ਜੋ ਮਾਤਾ ਪਿਤਾ ਦੇ ਘਰ ਵਿੱਚ ਰਹਿੰਦਿਆਂ ਹੋਇਆਂ ਜੋ ਸਿੱਖ ਪਰਿਵਾਰ ਦੇ ਮਾਤਾ ਪਿਤਾ ਹਨ, ਕਮ ਸੇ ਕਮ ਉਹ ਬੱਚੇ ਨੂੰ ਇਹ ਸਿਖਾ ਸਕਦੇ ਹੁੰਦੇ ਹਨ। ਨਹੀਂ ਸਿਖਾ ਪਾ ਰਹੇ, ਅਸੀਂ ਨਹੀਂ ਸਿਖਾ ਪਾ ਰਹੇ। ਐ ਗੁਰਸਿੱਖੋ, ਇੱਥੇ ਹਰੇਕ ਮਾਤਾ ਅਤੇ ਹਰੇਕ ਪਿਤਾ ਤੋਂ ਗੱਲ ਸ਼ੁਰੂ ਹੁੰਦੀ ਹੈ। ਹਰੇਕ ਮਾਤਾ ਅਤੇ ਹਰੇਕ ਪਿਤਾ ਤੋਂ। ਧਿਆਨ ਰੱਖਣਾ ਕਿ ਇਹ ਮਾਤਾ ਅਤੇ ਪਿਤਾ ਰੱਬ ਦੇ ਰੂਪ ਹਨ। ਮਹਾਰਾਜ ਕਹਿੰਦੇ, ਭਾਈ ਮਾਤ ਪਿਤਾ ਸਾਖ ਅਗਲੇ, ਤਿਸ ਬਿਨ ਅਵਰ ਨਾ ਕੋਏ। ਧਿਆਨ ਰੱਖ, ਤਿਸ ਬਿਨਾ ਨਹੀਂ ਕੋਈ ਐਸਾ ਸ਼ਬਦ ਹੈ। ਕਹਿੰਦੇ ਮਾਤ ਪਿਤਾ ਸਾਖ ਅਗਲੇ। ਸਾਖ ਦਾ ਅਰਥ ਹੈ ਰਿਸ਼ਤੇ। ਜਿਤਨੇ ਰਿਸ਼ਤੇ ਹੋਣਗੇ ਮਾਤਾ ਪਿਤਾ ਤੋਂ ਬਾਅਦ ਜਿਹੜਾ ਜਨਮ ਲੈਂਦਾ ਨਾ ਬੱਚਾ, ਉਹਦੇ ਫਿਰ ਰਿਸ਼ਤੇ ਮਾਤਾ ਪਿਤਾ ਦੇ ਨਾਲ ਜੁੜਦੇ ਨੇ, ਅੱਗੇ ਉਹਨਾਂ ਦੇ ਪਰਿਵਾਰ ਨਾਲ ਜੁੜਦੇ ਨੇ ਅੱਗੇ। ਧਿਆਨ ਰੱਖਣਾ, ਉਹ ਜਿਤਨੇ ਸਾਖ ਨੇ ਮਾਤਾ ਪਿਤਾ ਤੋਂ ਅੱਗੇ ਅਤੇ ਮਾਤਾ ਪਿਤਾ ਦੇ ਨਾਲ, ਇਹ ਰੱਬ ਤੋਂ ਬਿਨਾਂ ਕੋਈ ਦੂਜੇ ਨਹੀਂ ਹਨ। ਭਾਈ ਆਖੋ ਸਤਿਨਾਮ, ਕੋਈ ਦੂਜੇ ਨਹੀਂ। ਅਸੀਂ ਦੁਨੀਆ ਦੇ ਵਿੱਚ ਰੱਬ ਨੂੰ ਦੇਖਣਾ ਹੈ। ਮਹਾਰਾਜ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਧਿਆਨ ਸਭ। ਉਹ ਕਦੋਂ ਦੇਖ ਪਾਵਾਂਗੇ? ਹਾਲੇ ਤਾਂ ਅਸੀਂ ਮਾਤਾ ਅਤੇ ਪਿਤਾ ਜਿੱਥੋਂ ਜਨਮ ਲਿਆ ਨਾ ਆਪਾਂ ਨੇ, ਜਿਸ ਘਰ ਦੇ ਵਿੱਚ, ਉਸ ਘਰ ਦੇ ਵਿੱਚ ਹੀ ਨਾ ਮਾਤਾ ਪਿਤਾ ਆਪਣੇ ਵਿੱਚੋਂ ਰੱਬ ਨੂੰ ਦਰਸਾ ਪਾ ਰਹੇ ਨੇ, ਅਤੇ ਨਾ ਬੱਚੇ ਮਾਤਾ ਪਿਤਾ ਦੇ ਵਿੱਚ ਰੱਬ ਨੂੰ ਦਰਸ ਪਾ ਰਹੇ ਨੇ, ਨਾ ਮਾਤਾ ਪਿਤਾ ਦੇ ਵਿੱਚੋਂ ਰੱਬ ਦੇ ਦਰਸ਼ਨ ਹੋ ਰਹੇ ਨੇ, ਨਹੀਂ ਹੋ ਰਹੇ। ਅਤੇ ਐਸਾ ਜੀਵਨ ਵਿੱਚ ਸਿੱਖਣ ਵਾਸਤੇ ਸਿੱਖ ਗੁਰੂ ਘਰ ਆਉਂਦਾ ਹੈ, ਚਾਹੇ ਉਹ ਮਾਤਾ ਪਿਤਾ ਹੈ, ਚਾਹੇ ਉਹ ਬੱਚੇ ਨੇ। ਧਿਆਨ ਰੱਖਣਾ। ਸੋ ਚਾਹੇ ਸੰਸਾਰ ਦਾ ਕੋਈ ਰਿਸ਼ਤੇਦਾਰ ਹੈ ਸਾਡਾ, ਸਭ ਆਪਾਂ ਸਿੱਖ ਬਣੇ ਆ, ਸਿੱਖ ਰਹਿਣਾ ਅਤੇ ਸਿੱਖਦੇ ਰਹਿਣਾ। ਸਿੱਖ ਦੇ ਅਰਥ ਹੈ ਇਹ ਨਹੀਂ ਕਿ ਅਸੀਂ ਸਿੱਖਣਾ ਛੱਡ ਦੇਣਾ ਹੈ, ਅਸੀਂ ਸਿੱਖਣਾ ਹੀ ਛੱਡਤਾ ਹੈ। ਧਿਆਨ ਰੱਖਣਾ, ਗੁਰਬਾਣੀ ਜਿਹੜੀ ਸਾਡੀ ਗੁਰੂ ਹੈ ਨਾ, ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਦੇ ਆ, ਉਹਨਾਂ ਨੂੰ ਅਸੀਂ ਸਮਝ ਕੇ ਵਿਚਾਰ ਕੇ ਜੀਵਨ ਵਿੱਚ ਚੱਲਣਾ ਛੱਡ ਹੀ ਦਿੱਤਾ ਹੈ, ਛੱਡ ਹੀ ਦਿੱਤਾ। ਅਸੀਂ ਸਮਝਦੇ ਹਾਂ ਆਪਣੇ ਹੀ ਅਸੀਂ ਅਰਦਾਸਾਂ ਕਰਨੀਆਂ ਨੇ, ਅਰਦਾਸ ਕਰਕੇ ਆਪਾਂ ਨੇ ਚਲੇ ਜਾਣਾ, ਆਪਣੇ ਕੰਮ ਫਿਰ ਮਹਾਰਾਜ ਨੇ ਆਪੇ ਕਰ ਦੇਣੇ। ਅਸੀਂ ਇਹ ਨਹੀਂ ਸਮਝ ਰਹੇ, ਅਸੀਂ ਅਰਦਾਸ ਇਹ ਕਰਨੀ ਹੈ ਕਿ ਜਿਹੜਾ ਵੀ ਕਰਮ ਸਾਡੇ ਵਿੱਚੋਂ ਹੋਵੇ, ਗੁਰਦੁਆਰੇ ਆਉਣਾ ਵੀ ਇੱਕ ਕਰਮ ਹੈ, ਸੇਵਾ ਕਰਨੀ ਵੀ ਇੱਕ ਕਰਮ ਹੈ, ਬਾਣੀ ਪੜ੍ਹਨੀ ਵੀ ਇੱਕ ਕਰਮ ਹੈ, ਬਾਣੀ ਅਨੁਸਾਰ ਜੀਵਨ ਨੂੰ ਚਲਾਉਣਾ ਵੀ ਇੱਕ ਕਰਮ ਹੈ। ਧਿਆਨ ਰੱਖਣਾ, ਇਹ ਸਾਰੇ ਕਰਮ ਨੇ। ਇਹ ਸਾਰੇ ਕਰਮ ਕਰਦਿਆਂ ਹੋਇਆਂ ਸਾਡੇ ਮਨ ਨੂੰ ਸਮਝ ਆਵੇ ਕਿ ਰੱਬ ਜੀ ਜਿਹੜੇ ਮੇਰੇ ਅੰਦਰ ਵਸਦੇ ਨੇ, ਉਸ ਮੈਥੋਂ ਕਰਾ ਰਹੇ ਨੇ, ਤਾਂ ਮੈਥੋਂ ਹੋ ਰਹੇ ਨੇ। ਇਹ ਗੱਲ ਹਰੇਕ ਕਰਮ ਨੂੰ ਕਰਦਿਆਂ ਹੋਇਆਂ ਸਾਡੇ ਮਨ ਨੇ ਜਾਂਚਣਾ, ਵਿਚਾਰਨਾ, ਸਮਝਣਾ। ਉਹ ਸਮਝ ਸਾਡੇ ਮਨ ਵਿੱਚ ਨਹੀਂ ਆ ਰਹੀ, ਨਹੀਂ ਆ ਰਹੀ। ਅਸੀਂ ਗੁਰਦੁਆਰੇ ਆਉਣੇ ਕਿ ਜੀ ਮੈਂ ਆ ਗਿਆ, ਅਸੀਂ ਪਾਠ ਕਰਦੇ ਹਾਂ ਅਤੇ ਮੈਂ ਪਾਠ ਕਰਤਾ, ਅਸੀਂ ਸੇਵਾ ਕਰਦੇ ਹਾਂ ਅਤੇ ਮਨ ਕਹਿੰਦਾ ਮੈਂ ਸੇਵਾ ਕਰਤੀ, ਹੈ ਨਾ। ਆਏ ਹਰੇਕ ਬੰਦੇ ਉਹਦੇ ਨਾਲ ਕਰਮ ਕਰਦਿਆਂ ਹੈ। ਇਹ ਕੋਈ ਨਹੀਂ ਕਹਿ ਰਿਹਾ
मैं गुरुद्वारे तां आया जी क्योंकि मेरे घट बैठे मालिक लैके आए। जे अंदरों रब ना आपां नूं प्रेरदे आपां उठ के भी ना आउंदे, सवेरे जाग भी ना आउंदी। ध्यान रखना, कहंदे जे आपां उठ के आए हाँ तो रब ने उठाया कि चल उठ चलीए, कुछ तेनों बाणी समझाइए, तेनों तेरे अंदर जिहड़ा बसदा मैं तेनों अपने नाल जोड़ा। आए अपने मन नूं रोज़ समझाउंदे ने महाराज, रोज़ सानूं प्रेरदे ने तां अपना मन उठदा, नहीं तो उठदा नहीं है। ध्यान रखना, साडा मन अंदरले करते नाल गल करना सिखे। ये करते कियां बातां ने, कहंदे भाई ये जिहड़े बचन ने महाराज दी बाणी दे, ये हरेक भगतां विचों करता बोलिया। हरेक भगतां विचों जिस वेले करता बोलिया तो भगतां ने उस करते नूं बोलदियां होया सुनिया, फिर करते नूं करदियां होया अपने अंदर देखिया, तो करते नाल हरेक भगत जिस वेले रहन लग गया तो समझो भगतां नूं भगती मिली, तां भगतां नूं भगती मिली, प्राप्त होई। सो आपां भी भगत बनना है। किहदे बनना है? घट बैठे रब दे। असीं किवें बनांगे? बाणी गुरु दे लड़ लग के, बाणी गुरु दे लड़ लग के घट बैठे रब दी भगती करनी सीखनी। साडा मन हाले घट बैठे रब दी भगती करना नहीं सीख रहा, अपनी भगती अपने मन मर्जी नाल कर रहा। अपनी भगती बिना बाणी नूं समझे, बिना बाणी नूं विचारे, बाणी पढ़ रहा अपनी मर्जी दे नाल एक्ट कर रहा, उन्होंने समझ नहीं आ रही बाणी। ध्यान रखना, जे आपां कਹੀਏ कि तैनूं जपजी साहब समझ आ गई, तुसीं भगती करनी है रब दी, तुहानूं जपजी साहब समझ आई, जो तुसीं आसा की वार सुनी हुण तुहानूं समझ आ गई सारिਆਂ ਨੂੰ। ताइयों कोई गुरुद्वारे आउंदा ही नहीं है। जिस वेले आसा की वार हुंदी है ना, विरले ही बैठे होंदे ने। ध्यान रखना, सब घरां 'च बैठे ने, सब घरां 'च। इत्थे तां केवल जिहड़े आए हुए ना कीर्तनीय सिंह, उही अपनी ड्यूटी बजा के चुप करके चले गए, चुप करके चले जाते हैं, चुप करके जाते रहेंगे। ऐ गुरसिखो ये गल विचारो कि इस इंडिविजुअल बंदे ने बदलना है, चाहे वो औरत है चाहे मर्द है। इंडिविजुअल बंदे ने जीने जन्म लिया है, ओने घट बैठे रब नूं जानना है बाणी राहीं। ओने घट बैठे रब दे नाल रहना है गुरबाणी राहीं, बाणी दी समझ राहीं। ओने ही घट बैठे रब नूं याद रखना है गुरबाणी दे समझ अनुसार। किसी देवी देवते की पूजा नहीं कर लेनी, आए साडा मन किते बाहर ना चला जाए फोटोआं वाल, है ना। ऐसा साडे मन ने बहुत ध्यान रखना है। मन का ध्यान गुरबाणी राहीं ही घट बैठे रब नाल जुड़दा है, नहीं तो नहीं जुड़दा है, नहीं जुड़दा। सो आओ महाराज का शब्द इत्थों आरंभ हो रहा है। कहते नामे उधरे सब जितने लो, कहते जितने भी जीवन पैदा होए ने रब दे नाम रब दा जिक्र करन दे नाल ही उन्हां दा उद्धार होना है। जेड़ा जितने भी लोग ने जो अपना ही जिक्र कर रहे हैं उन्हां दा उद्धार नहीं होवेगा, नहीं होवेगा। जितने लोग यानी जितने जीवन संसार दे विच जीवन विच बैठे ने, संसार दे विच शरीर विच बैठे ने, कहते उन्हां ने अपना नाम नहीं लेना, रब दा जिक्र करना है। उन्होंने कहते रब दा नाम लेना जी। साडा मन रब दा नाम नहीं लै रहा, अपना नाम लै रहा। ध्यान रखना, अपना जिक्र कर रहा है, रब दा जिक्र नहीं कर रहा। असी रब दा नाम तो तू करके भी रब दा नाम लैने आ। ध्यान रखना, रसना जपती तू ही। कहते कबीर तू करता तू हुआ, मुझ में रहा ना हूँ। जब आपा परका मिट गया जत देखा तत तू। देखो तू दा नाम पहले अपने विच भी लिया, फिर जिथे भी मैं देखदा उत्थे फिर तू मैनू नज़र आ रहा है, उत्थे भी तू बोलिया है ना। इसे तू नूं सारे पातशाह ने, सारे भगतां ने कहते घट बैठे रब नूं तू कह के जिक्र किया है। कहते तू करता सचियार मेंढा साईं, जो तो भावै सोई थिसी जो तू दे। कौन दे रहा? घट बैठा रब दे रहा। कहते जो तू दे सोई हाँ पाई। ध्यान रखना, कहते इसे तू नूं सारे पातशाह बोलते हैं। कहते तू सदा सलामत निरंकार, नानक पातशाह बोलते ने। तू कित्थे बोल रहे ने? घट बैठे रब नूं कह रहे ने।
ਕਹਿੰਦੇ ਘਟ ਬੈਠੇ ਰੱਬ ਦੀ ਜਿਹੜੀ ਬਾਣੀ ਆਉਂਦੀ ਹੈ ਹਰੇਕ ਬੰਦੇ ਵਿੱਚੋਂ, ਜਦੋਂ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਅਤੇ ਜਦੋਂ ਤੱਕ ਸ੍ਰਿਸ਼ਟੀ ਰਹੇਗੀ, ਇਹ ਬਾਣੀ ਅੰਦਰੋਂ ਆਈ, ਭਗਤਾਂ ਦੇ ਅੰਦਰੋਂ ਆਈ, ਯਾਨੀ ਬੰਦੇ ਦੇ ਅੰਦਰੋਂ ਆਈ। ਅਤੇ ਬੰਦੇ ਨੇ ਫਿਰ ਜਿਸ ਵੇਲੇ ਬਾਹਰ ਪੂਰਾ ਦੌੜ ਦੌੜਾ ਕੇ ਭੱਜ ਭੁਜਾ ਕੇ ਥਕਾ ਕੇ ਜਿਸ ਵੇਲੇ ਟਿਕਦਾ ਨਾ, ਤਾਂ ਮਨ ਅੰਦਰ ਆਉਂਦਾ, ਨਹੀਂ ਤਾਂ ਮਨ ਅੰਦਰ ਨਹੀਂ ਆਉਂਦਾ। ਨਹੀਂ ਤਾਂ ਮਨ ਘਟ ਬੈਠੇ ਰੱਬ ਦੀ ਗੱਲ ਨਹੀਂ ਸੁਣਦਾ, ਨਹੀਂ ਤਾਂ ਮਨ ਬਾਹਰ ਹੀ ਭਟਕਦਾ ਹੁੰਦਾ। ਕਹਿੰਦੇ ਭਾਈ ਜਿਸ ਵੇਲੇ ਸਾਰਾ ਜਗਤ ਢੋਲ ਕੇ ਵਾਪਸ ਮਨ ਆਉਂਦਾ, ਕਹਿੰਦੇ ਫਿਰ ਕਹਿੰਦਾ ਕਿ ਤੇਰੇ ਵਰਗਾ ਮੇਰੇ ਮਾਲਕ ਤੁਧ ਜੇਵੜ ਨਾ ਸਾਈਆਂ। ਧਿਆਨ ਰੱਖ, ਮੈਂ ਚਾਰੇ ਕੁੰਡਾ ਭਾਲੀਆਂ, ਕਹਿੰਦੇ ਤੁਧ ਜੇਵੜ ਨਾ ਸਾਈਆਂ। ਕਹਿੰਦੇ ਮੇਰੇ ਮਾਲਕ ਜਿਹੜਾ ਤੂੰ ਮੇਰੇ ਨਾਲ ਹੈ ਨਾ, ਐਸਾ ਸਾਈਂ ਮਾਲਕ ਬਾਹਰ ਕਿਤੇ ਵੀ ਮੈਨੂੰ ਨਜ਼ਰ ਨਹੀਂ ਆਇਆ, ਹੈ ਨਾ। ਮੈਂ ਸਾਰਾ ਜਗ ਘੁੰਮ ਲਿਆ, ਸਾਰਾ ਜਗਤ ਭਟਕਿਆ ਮੈਂ। ਕਹਿੰਦੇ ਘਟ ਬੈਠਾ ਰੱਬ ਵਰਗਾ ਹੋਰ ਕੋਈ ਰੱਬ ਨਹੀਂ, ਜੋ ਸਭ ਦਾ ਰੱਬ ਹੈ, ਜੋ ਸਭ ਦੇ ਨਾਲ ਰਹਿੰਦਾ ਅਤੇ ਜੋ ਸਭ ਦੇ ਵਿੱਚੋਂ ਬੋਲਦਾ ਅਤੇ ਸਭ ਦੇ ਵਿੱਚੋਂ ਕਰਦਾ, ਅਤੇ ਉਹਦਾ ਹੀ ਕੀਤਾ ਬੰਦੇ ਵਿੱਚੋਂ ਹੁੰਦਾ, ਅਤੇ ਬੰਦੇ ਨੇ ਉਹਦੇ ਕੀਤੇ ਨੂੰ ਉਹਦਾ ਹੀ ਕੀਤਾ ਘਟ ਬੈਠੇ ਰੱਬ ਦੇ ਕੀਤੇ ਨੂੰ ਕਹਿਣਾ। ਨਹੀਂ ਤਾਂ ਬੰਦਾ ਹੰਕਾਰੀ ਹੋ ਕੇ ਮਰ ਜਾਂਦਾ ਹੈ, ਘਟ ਬੈਠੇ ਰੱਬ ਦਾ ਗਿਆਨ ਨਹੀਂ ਆਉਂਦਾ, ਅਤੇ ਇਸ ਬਾਣੀ ਰਾਹੀਂ ਹੋਰ ਹੀ ਕਿਸੇ ਦੇਵੀ ਦੇਵਤਿਆਂ ਨੂੰ ਗਾਉਂਦਾ ਹੁੰਦਾ ਹੈ। ਧਿਆਨ ਰੱਖ, ਹੋਰ ਹੀ ਕਿਸੇ ਬੁੱਤਾਂ ਨੂੰ ਗਾਉਂਦਾ ਹੁੰਦਾ ਹੈ, ਹੋਰ ਹੀ ਕਿਸੇ ਮਹਾਰਾਜ ਦੀਆਂ ਫੋਟੋਆਂ ਕਾਲਪਨਿਕ ਲੋਕਾਂ ਨੇ ਬਣਾਈਆਂ ਹੁੰਦੀਆਂ, ਉਹਨਾਂ ਦਾ ਧਿਆਨ ਰੱਖ ਕੇ ਉਹਨਾਂ ਦੇ ਪ੍ਰਤੀ ਸ਼ਬਦ ਉਚਾਰਨ ਕਰਕੇ ਗਾ ਕੇ ਚਲਾ ਜਾਂਦਾ ਹੈ ਜੀਵਨ। ਐ ਗੁਰਸਿੱਖੋ, ਇਸ ਬਾਣੀ ਨੂੰ ਸਮਝੋ, ਇਹ ਫੋਟੋਆਂ ਵਾਸਤੇ ਬਾਣੀ ਨਹੀਂ ਬਣਾਈ ਹੋਈ। ਇਹ ਮਹਾਰਾਜ ਨੇ ਆਪਣੀਆਂ ਫੋਟੋਆਂ ਵੱਖਰੀਆਂ ਰਖਾ ਕੇ ਅਤੇ ਇਸ ਬਾਣੀ ਨੂੰ ਜਿਹੜੀ ਅੰਦਰੋਂ ਆਈ ਹੈ ਉਹਨੂੰ ਉਚਾਰਨ ਵਾਸਤੇ ਨਹੀਂ ਉਪਦੇਸ਼ਿਆ ਸਾਨੂੰ, ਐਸਾ ਨਹੀਂ ਉਪਦੇਸ਼ਿਆ। ਮਹਾਰਾਜ ਨੇ ਕਦੇ ਭੁੱਲ ਕੇ ਨਹੀਂ ਗੱਲ ਕਹੀ ਕਿ ਭਾਈ ਆ ਜੋ ਅਸੀਂ ਬਾਣੀ ਗਾਵਾਂਗੇ, ਹੁਣ ਗਾ ਰਹੇ ਹਾਂ, ਤੁਸੀਂ ਐਂ ਕਰਿਓ ਮੇਰੀ ਫੋਟੋ ਰੱਖਿਓ, ਜੇ ਮੈਂ ਚਲਾ ਜਾਵਾਂਗਾ ਤਾਂ ਇਸ ਫੋਟੋ ਦੇ ਮੂਹਰੇ ਤੁਸੀਂ ਬਾਣੀ ਗਾ ਕੇ ਤੁਹਾਡਾ ਉਧਾਰ ਹੋ ਜਾਣਾ ਹੈ ਨਾ। ਐਸਾ ਉਪਦੇਸ਼ ਨਹੀਂ ਕੀਤਾ ਮਹਾਰਾਜ ਨੇ, ਨਹੀਂ ਕੀਤਾ। ਐ ਗੁਰਸਿੱਖੋ, ਨਾਨਕ ਪਾਤਸ਼ਾਹ ਆਪ ਗਾਉਂਦੇ ਨੇ ਘਟ ਬੈਠੇ ਰੱਬ ਨੂੰ, ਅਤੇ ਉਹਨਾਂ ਨੂੰ ਸੁਣ ਕੇ ਲੋਕ ਗਾਉਣ ਲੱਗੇ ਘਟ ਬੈਠੇ ਰੱਬ ਨੂੰ। ਅਤੇ ਮਹਾਰਾਜ ਕਹਿੰਦੇ ਆਹ ਬਾਣੀ ਨਾਲ ਜਿਹੜਾ ਵੀ ਜੁੜੇਗਾ ਨਾ ਘਟ ਬੈਠੇ ਰੱਬ ਨਾਲ ਜੁੜ ਜਾਏਗਾ। ਐਸੇ ਬਾਣੀ ਨਾਲ ਜਿਹੜਾ ਵੀ ਜੁੜੇਗਾ ਉਹ ਘਟ ਬੈਠੇ ਰੱਬ ਨੂੰ ਗਾਉਣ ਲੱਗ ਜਾਏਗਾ। ਐਸਾ ਬਾਣੀ ਰਾਹੀਂ ਜਿਹੜਾ ਵੀ ਗਾਏਗਾ ਕਰਮ ਕਰਦਿਆਂ ਹੋਇਆਂ, ਉਹ ਫਿਰ ਆਪਣੇ ਆਪ ਨੂੰ ਨਹੀਂ ਗਾਏਗਾ, ਰੱਬ ਨੂੰ ਗਾਉਣ ਲੱਗ ਜਾਏਗਾ। ਧਿਆਨ ਰੱਖਣਾ, ਹਾਲੇ ਤਾਂ ਆਪਾਂ ਆਪਣੇ ਆਪ ਨੂੰ ਗਾ ਰਹੇ ਹਾਂ, ਆਹ ਮੈਂ ਕੀਤਾ ਜੀ, ਮੈਂ ਕੀਤਾ। ਅਸੀਂ ਕਹਿੰਦੇ ਤੂੰ ਆਪਣੇ ਆਪ ਨੂੰ ਗਾਈ ਜਾਣਾ, ਹੈ ਨਾ। ਸਾਡਾ ਮਨ ਹਾਲੇ ਆਪਣੇ ਆਪ ਨੂੰ ਗਾਈ ਜਾ ਰਿਹਾ, ਆਹ ਮੈਂ ਕੰਮ ਕਰਤਾ ਜੀ, ਮੈਂ ਪਾਠ ਕਰਤਾ ਜੀ, ਮੈਂ ਕੰਮ ਕਰਕੇ ਆਇਆ ਜੀ, ਮੈਂ ਬੱਚੇ ਵੱਡੇ ਕਰਤੇ ਜੀ, ਹੈ ਨਾ, ਮੈਂ ਘਰ ਬਣਾਤਾ ਜੀ, ਮੈਂ ਗੱਡੀ ਚਲਾ ਲੈਣਾ ਜੀ। ਆਪ ਮੈਂ ਹਰ ਇੱਕ ਜਗ੍ਹਾ ਜੁੜ ਰਹੀ ਹੈ। ਕਿਤੇ ਨਹੀਂ ਕਹਿ ਰਿਹਾ ਜਦੋਂ ਗੱਡੀ 'ਚ ਵੀ ਚਲਾ ਰਿਹਾ ਕਿ ਮਾਲਕ ਤੂੰ ਚਲਾ ਰਿਹਾ, ਤੇਰਾ ਕੀ ਚਲਾਈ ਚੱਲ ਰਹੀ ਹੈ, ਨਹੀਂ ਤਾਂ ਮੈਂ ਕਿੱਥੋਂ ਚਲਾ ਸਕਦਾ। ਸੋ ਇਹ ਤਿੰਨ ਅਵਸਥਾ ਨੂੰ ਪਹਿਲਾਂ ਸਮਝਣਾ। ਪਹਿਲੀ ਅਵਸਥਾ ਆਪਣੀ ਮੈਂ ਨੂੰ ਮਿਟਾਉਣਾ, ਆਪਣੇ ਮੈਂ ਦੇ ਅੰਦਰ ਰੱਬ ਨੂੰ ਜਨਾਉਣਾ। ਕਹਿੰਦੇ ਆ ਕਿਰਿਆ ਸਿੱਖ ਗੁਰੂ ਤੋਂ, ਬਾਣੀ ਗੁਰੂ ਤੋਂ ਹੀ ਸਿੱਖ ਪਾਉਂਦਾ ਹੈ, ਕਿਸੇ ਵਿਅਕਤੀ ਗੁਰੂ ਤੋਂ ਸਿੱਖ ਨਹੀਂ ਪਾਉਂਦਾ। ਧਿਆਨ ਰੱਖਣਾ, ਵਿਅਕਤੀ ਗੁਰੂ ਕਹਿੰਦਾ ਮੈਂ ਜੋੜਿਆ। ਸਾਡੇ ਵਿਅਕਤੀ ਗੁਰੂ ਕਦੇ ਵੀ ਕਿਸੇ ਨੂੰ ਇਹ ਨਹੀਂ ਕਿਹਾ ਕਿ ਮੈਂ ਤੁਹਾਨੂੰ ਜੋੜਤਾ, ਕਦੇ ਨਹੀਂ ਬੋਲੇ। ਕੋਈ ਭਗਤ ਨਹੀਂ ਕਿਹਾ ਮੈਂ ਤੁਹਾਨੂੰ ਜੋੜਦਾ, ਨਹੀਂ ਬੋਲਦੇ। ਕਹਿੰਦੇ ਜੀ ਰੱਬ ਜੋੜਦਾ ਤਾਂ ਆਪਾਂ ਜੁੜਦੇ ਹਾਂ, ਹੈ ਨਾ। ਮਹਾਰਾਜ ਕਹਿੰਦੇ ਮੈਂ ਨਹੀਂ ਤੁਹਾਨੂੰ ਜੋੜ ਰਿਹਾ, ਕਹਿੰਦੇ ਰੱਬ ਆਪ ਜੁੜਾਉਂਦਾ, ਜਿਸ ਨੂੰ ਤੂੰ ਜਨਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਧਿਆਨ ਰੱਖਣਾ, ਕਿਤੇ ਵੀ ਮਹਾਰਾਜ ਨੇ ਇਹ ਨਹੀਂ ਕਿਹਾ ਜਿਸ ਨੂੰ ਬਾਬਾ ਨਾਨਕ ਜਨਾਏਗਾ ਉਹੀ ਜਾਣੇਗਾ, ਦੂਜਾ ਨਹੀਂ ਜਾਣੇਗਾ। ਬਾਬੇ ਨਾਨਕ ਨੇ ਐਸਾ ਕਿਤੇ ਹੀ ਨਹੀਂ ਬੋਲਿਆ, ਇੱਕ ਵੀ ਸ਼ਬਦ ਨਹੀਂ ਬੋਲਿਆ। ਧਿਆਨ ਰੱਖਣਾ, ਕਿਸੇ ਭਗਤ ਨੇ ਨਹੀਂ ਕਿਹਾ ਕਿ ਕਬੀਰ ਸਾਹਿਬ ਤੁਹਾਨੂੰ ਜਨਾਉਣਗੇ ਅਤੇ ਤੁਸੀਂ ਜਾਣੋਗੇ, ਅਤੇ ਨਹੀਂ ਤੁਸੀਂ ਜਾਣਿਆ ਅਤੇ ਫਿਰ ਸਮਝੋ ਤੁਹਾਡਾ ਜੀਵਨ ਵਿਅਰਥ ਹੋ ਗਿਆ, ਐਸਾ ਨਹੀਂ ਬੋਲਿਆ। ਕਹਿੰਦੇ ਜਦੋਂ ਕਬੀਰ ਸਾਹਿਬ ਬੋਲਦੇ ਨੇ, ਜਦੋਂ ਭਗਤ ਬੋਲਦੇ ਨੇ, ਜਦੋਂ ਪਾਤਸ਼ਾਹ ਬੋਲਦੇ ਨੇ, ਕਹਿੰਦੇ ਜੀ ਜਦੋਂ ਘਟ ਬੈਠਾ ਰੱਬ ਸਾਨੂੰ ਸੋਝੀ ਦੇਗਾ ਤਾਂ ਸਾਡਾ ਮਨ ਜਾਣ ਪਾਏਗਾ, ਨਹੀਂ ਤਾਂ ਜਾਣ ਨਹੀਂ ਪਾਏਗਾ। ਕਹਿੰਦੇ ਐਸੀ ਜਾਣਨ ਦੀ ਅਵਸਥਾ ਜਿਨ੍ਹਾਂ ਵਿੱਚੋਂ ਰੱਬ ਨੇ ਜਨਾਈ, ਅਤੇ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਮੈਂ ਜਾਣਿਆ।
ਕਹਿੰਦੇ ਜੀ ਰੱਬ ਨੇ ਜਨਾਇਆ ਤਾਂ ਮੈਂ ਜਾਣਿਆ। ਇਸ ਭਗਤੀ ਦੀ ਕੜੀ ਨੂੰ ਜੋੜ ਕੇ ਰੱਖਿਆ ਉਹਨਾਂ ਨੇ, ਭੁੱਲੇ ਨਹੀਂ ਉਹਨਾਂ ਨੇ ਭੁੱਲਣ ਨਹੀਂ ਦਿੱਤਾ ਜਗਤ ਨੂੰ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸਾ ਰੱਬ ਦਾ ਨਾਮ ਲੈਣਾ, ਆਪਣਾ ਨਾਮ ਦਾ ਜ਼ਿਕਰ ਨਹੀਂ ਕਰਨਾ, ਆਪਣੇ ਆਪ ਦਾ ਜ਼ਿਕਰ ਕਰਨਾ, ਯਾਨੀ ਆਪਣਾ ਨਾਮ ਲੈਂਦੇ ਰਹਿਣਾ। ਧਿਆਨ ਰੱਖਣਾ, ਰੱਬ ਦਾ ਜ਼ਿਕਰ ਕਰਨ ਦਾ ਅਰਥ ਹੈ ਕਿ ਰੱਬ ਦਾ ਜ਼ਿਕਰ ਕਰਨਾ, ਆਪਣਾ ਨਹੀਂ ਕਰਨਾ। ਆਪਣਾ ਤਾਂ ਇੱਥੇ ਤੱਕ ਭਗਤੀ ਤੱਕ ਕਰਨਾ ਕਿ ਵੀ ਮੈਂ ਤਾਂ ਭਗਤੀ ਤਾਂ ਕਰ ਰਿਹਾ ਕਿਉਂਕਿ ਮਾਲਕ ਤੂੰ ਕਰਾ ਰਿਹਾ, ਇੱਥੇ ਤੱਕ ਕਰਨਾ। ਜੇ ਮੈਂ ਕੰਮ ਕਰ ਰਿਹਾ ਤੇ ਤਾਂ ਕਰ ਰਿਹਾ ਕਿਉਂਕਿ ਤੂੰ ਕਰਾ ਰਿਹਾ, ਇੱਥੇ ਤੱਕ ਆਪਣਾ ਜ਼ਿਕਰ ਕਰਨਾ। ਭਗਤ ਬਣਨ ਦਾ ਜ਼ਿਕਰ ਕਰਨਾ, ਦਾਸ ਬਣਨ ਦਾ ਜ਼ਿਕਰ ਕਰਨਾ, ਘਟ ਬੈਠੇ ਰੱਬ ਦਾ, ਘਟ ਬੈਠੇ ਰੱਬ ਦਾ ਜਨ ਬਣਨ ਦਾ ਜ਼ਿਕਰ ਕਰਨਾ। ਆਪਣੇ ਆਪ ਨੂੰ ਰੱਬ ਨੂੰ ਹਟਾ ਕੇ ਆਪਣੇ ਆਪ ਦਾ ਜਨਾ ਕੇ ਜ਼ਿਕਰ ਨਹੀਂ ਕਰਨਾ, ਨਹੀਂ ਕਰਨਾ। ਇਹ ਮਨੁੱਖ ਨੂੰ ਮਹਾਰਾਜ ਨੇ ਸਮਝਾਇਆ। ਇਹ ਬਾਣੀ ਰਾਹੀਂ ਇਹ ਮਨੁੱਖ ਜਿਹੜਾ ਸਿੱਖ ਬਣਦਾ ਉਹਨੂੰ ਸਮਝ ਆਉਂਦੀ ਹੈ, ਉਹਨੂੰ ਸਮਝ ਆਉਂਦੀ ਹੈ। ਧਿਆਨ ਰੱਖਣਾ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਕਹਿੰਦੇ ਨਾਮ ਹੈ ਉਧਰੇ ਸਭ ਜਿਤਨੇ ਲੋ, ਜਿਤਨੇ ਵੀ ਜੀਵਨ ਨੇ ਐਸਾ ਰੱਬ ਦਾ ਨਾਮ ਲੈਂਦਿਆਂ ਇਹਨਾਂ ਦਾ ਉਧਾਰ ਹੁੰਦਾ ਹੈ। ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ, ਕਹਿੰਦੇ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਦੋ ਸ਼ਬਦ ਨੇ ਇੱਥੇ, ਇੱਕ ਹੁੰਦਾ ਹੈ ਗੁਰਮੁਖ, ਦੂਜਾ ਹੈ ਮਨਮੁਖ। ਧਿਆਨ ਰੱਖਣਾ, ਇਹਨਾਂ ਸ਼ਬਦਾਂ ਦੇ ਵਿੱਚ ਸਾਰਾ ਜੀਵਨ ਖੜਾ ਹੈ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਕਹਿੰਦੇ ਮਨਮੁਖ ਕੌਣ ਹੁੰਦਾ ਹੈ? ਜਿਹੜਾ ਵੀ ਬੰਦਾ ਜਨਮ ਲੈਂਦਾ ਹੈ ਤੇ ਉਹ ਆਪਣੇ ਮਨ ਤੱਕ ਗੱਲ ਰੱਖ ਕੇ, ਸੀਮਤ ਰੱਖ ਕੇ ਬੋਲਦਾ ਹੈ। ਮਨ ਤੱਕ ਦਾ ਅਰਥ ਹੈ ਮੈਂ ਕੀਤਾ, ਇਹ ਮਨ ਤੱਕ ਬੋਲਣਾ ਹੈ। ਮੈਂ ਕਰ ਲੈਣਾ, ਇਹ ਮਨ ਤੱਕ ਬੋਲਣਾ। ਯਾਨੀ ਫਿਰ ਅੰਦਰਲਾ ਕਿਵੇਂ ਗੱਲ ਕਰਨੀ, ਮਨ ਦੇ ਅੰਦਰ ਕਿਵੇਂ ਗੱਲ ਕਰਨੀ? ਕਹਿੰਦੇ ਜੀ ਮਨ ਦੇ ਅੰਦਰ ਗੱਲ ਕਰਨ ਦਾ ਮਤਲਬ ਮੈਂ ਤਾਂ ਬੋਲਿਆ ਕਿਉਂਕਿ ਮੇਰੇ ਮਨ ਦੇ ਵਿੱਚ ਰੱਬ ਬੈਠਾ ਹੈ, ਉਹ ਮੈਨੂੰ ਬੁਲਾਉਂਦਾ ਤਾਂ ਮੈਂ ਬੋਲਿਆ, ਉਹ ਗੱਲ ਕਰਨੀ। ਐਸੀ ਗੱਲ ਕਿਹਨਾਂ ਨੇ ਕੀਤੀ? ਕਹਿੰਦੇ ਨੇ ਜਿਨ੍ਹਾਂ ਨੂੰ ਘਟ ਬੈਠੇ ਰੱਬ ਨੇ ਜਨਾਇਆ। ਐਸੀ ਬਾਣੀ ਰਾਹੀਂ ਉਹਨਾਂ ਨੇ, ਇਸ ਬਾਣੀ ਰਾਹੀਂ ਘਟ ਬੈਠੇ ਰੱਬ ਦੀ ਜੁਗਤੀ ਸਿੱਖੀ। ਸੋ ਬਾਣੀ ਨੂੰ ਗੁਰੂ ਕਹਿ ਰਹੇ ਹਾਂ, ਜੁਗਤੀ ਨੂੰ ਅਸੀਂ ਗੁਰ ਕਹਿ ਰਹੇ ਹਾਂ। ਕਹਿੰਦੇ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਯਾਨੀ ਆ ਜੁਗਤ ਨਾ ਜੇ ਸਿੱਖੇ ਬੰਦਾ, ਕਹਿੰਦੇ ਇਹ ਘਟ ਬੈਠੇ ਰੱਬ ਨਾਲ ਜੁੜਦਾ ਨਹੀਂ ਹੈ। ਤੇ ਇਹ ਜੁਗਤ ਕਿਹਦੇ ਰਾਹੀਂ, ਇਹ ਗੁਰ ਕਿਹਦੇ ਰਾਹੀਂ ਪਤਾ ਲੱਗਦਾ ਹੈ? ਕਹਿੰਦੇ ਬਾਣੀ ਗੁਰੂ ਦੇ ਰਾਹੀਂ। ਉੱਥੇ ਕਹਿੰਦੇ ਆ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਧਿਆਨ ਰੱਖਣਾ। ਸੋ ਗੁਰ ਮੁਖ, ਉਹਦਾ ਅਰਥ ਹੈ ਗੁਰੂ ਦੇ ਦੱਸੇ ਹੋਏ ਗੁਰ ਵੱਲ ਮੁੱਖ ਰੱਖਣਾ। ਇਹ ਬਾਣੀ ਗੁਰੂ ਬਾਣੀ ਨਹੀਂ ਹੈ, ਇਹ ਬਾਣੀ ਗੁਰੂ ਹੈ। ਫਿਰ ਗੱਲ ਸੁਣੇ, ਇਹ ਬਹੁਤ ਕੰਪਲੀਕੇਟਡ ਚੀਜ਼ ਹੈ, ਇਹ ਸਟਲ ਚੀਜ਼ ਹੈ ਜਿਹੜੀ ਆਪਾਂ ਸਮਝ ਨਹੀਂ ਰਹੇ। ਇਹ ਗੁਰੂਆਂ ਦੀ ਬਾਣੀ ਨਹੀਂ ਹੈ, ਇਹ ਧੁਰ ਕੀ ਬਾਣੀ ਹੈ, ਇਹ ਪ੍ਰਭ ਕੀ ਬਾਣੀ ਹੈ, ਇਹ ਹਰ ਕੀ ਬਾਣੀ ਹੈ, ਇਹ ਅੰਮ੍ਰਿਤ ਬਾਣੀ ਹੈ। ਇਹ ਗੁਰੂਆਂ ਦੀ ਬਾਣੀ ਨਹੀਂ ਹੈ, ਯਾਦ ਰੱਖਣਾ। ਇਹ ਬਾਣੀ ਗੁਰੂ ਹੈ, ਯਾਦ ਰੱਖਣਾ। ਇਹ ਬਾਣੀ ਗੁਰੂ ਹੈ। ਯਾਨੀ ਸਾਰੇ ਜਿਹੜੇ ਸਾਨੂੰ ਅਸੀਂ ਸਮਝਦੇ ਨਾ ਗੁਰੂ ਨੇ, ਇਹ ਉਹਨਾਂ ਨੂੰ ਪੁੱਛੋ ਆਪ ਜੀ ਗੁਰੂ ਹੋ? ਕਹਿੰਦੇ ਨਹੀਂ, ਬਾਣੀ ਗੁਰੂ ਹੈ। ਨਾਨਕ ਪਾਤਸ਼ਾਹ ਨੂੰ ਸਿੱਧਾਂ ਨੇ ਪੁੱਛਿਆ ਸੀ ਨਾ ਕਿ ਤੁਸੀਂ ਗੁਰੂ ਹੋ ਕਿ ਤੁਹਾਡੇ ਹੋਰ ਕੋਈ ਸਰੀਰ ਵਾਲਾ ਦੇਹਧਾਰੀ ਗੁਰੂ ਹੈ? ਮਹਾਰਾਜ ਕਹਿੰਦੇ ਨਹੀਂ, ਸ਼ਬਦ ਗੁਰੂ ਹੈ। ਜਦੋਂ ਤੋਂ ਸੰਸਾਰ ਪੈਦਾ ਹੋਇਆ, ਸੰਸਾਰ ਦੇ ਵਿੱਚ ਸਵਾਸ ਆਰੰਭ ਹੋਏ, ਉਦੋਂ ਤੋਂ ਕਹਿੰਦੇ ਇਹ ਸ਼ਬਦ ਰੱਬ ਦਾ ਅੰਦਰੋਂ ਆਉਂਦਾ ਹੈ। ਸਭ ਹੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕਹਿੰਦੇ ਹਰੇਕ ਘਟ ਵਿੱਚੋਂ ਰੱਬ ਬੋਲਦੇ ਨੇ। ਜਿਨ੍ਹਾਂ ਘਟਾਂ ਵਿੱਚੋਂ ਰੱਬ ਬੋਲਦੇ ਨੇ, ਉਹਨਾਂ ਦੀ ਬੋਲੀ ਹੋਈ ਬਾਣੀ ਨੂੰ ਮਹਾਰਾਜ ਨੇ ਸੰਸਾਰ ਦੇ ਵਿੱਚ ਪ੍ਰਕਾਸ਼ ਕੀਤਾ। ਕਹਿੰਦੇ ਭਾਈ ਆਹ ਬਾਣੀ ਗੁਰੂ ਹੈ, ਬਾਣੀ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਸੋ ਇਸ ਦੀ ਕਿਰਿਆ ਨੂੰ ਸਮਝਣਾ। ਸੋ ਮਹਾਰਾਜ ਕਹਿੰਦੇ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ, ਕਹਿੰਦੇ ਜਿਹੜਾ ਗੁਰੂ ਦੇ ਗੁਰ ਵੱਲ ਮੁਖ ਰੱਖਦਾ ਹੈ, ਕਹਿੰਦੇ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਆਪਣੇ ਅੰਦਰ ਜਾਣ ਦੀ। ਸਾਡੇ ਮਨ ਨੂੰ ਕਹਿੰਦੇ ਜੇ ਅੰਦਰ ਜਾਣ ਦੀ ਅਵਸਥਾ ਨਾ ਪ੍ਰਾਪਤ ਹੋਵੇ,
ਅੰਦਰਲੇ ਨੂੰ ਰਿਫਲੈਕਟ ਕਰਨ ਦਾ ਹਾਲੇ ਮਨ ਨੂੰ ਗਿਆਨ ਨਾ ਹੋਵੇ, ਮਨ ਅੰਦਰਲੇ ਬੈਠੇ ਰੱਬ ਨੂੰ ਨਾ ਜਨਾਵੇ, ਅਤੇ ਮਨ ਦੀ ਫਿਰ ਇੱਕ ਸੀਮਾ ਹੁੰਦੀ ਹੈ। ਫਿਰ ਮਨ ਆਪਣੇ ਆਪ ਨੂੰ ਜਨਾਉਂਦਾ ਹੁੰਦਾ ਹੈ, ਮਨ ਆਪਣੇ ਆਪ ਦੀ ਹੀ ਰਿਫਲੈਕਸ਼ਨ ਤੱਕ ਉਹ ਰੁਕ ਜਾਂਦਾ ਹੈ। ਮਨ ਜਦੋਂ ਵੀ ਬੋਲਦਾ ਫਿਰ ਆਪਣੇ ਤੱਕ ਸੀਮਿਤ ਰੱਖ ਕੇ ਬੋਲਦਾ ਹੈ, ਰੱਬ ਤੱਕ ਧਿਆਨ ਰੱਖ ਕੇ ਨਹੀਂ ਬੋਲ ਪਾਉਂਦਾ। ਉਹ ਕਹਿੰਦਾ ਹੀ ਨਹੀਂ, ਕਹਿ ਹੀ ਨਹੀਂ ਪਾ ਸਕਦਾ ਆਪਣਾ ਮਨ ਕਿ ਮਾਲਕ ਤੂੰ ਕਰਾ ਰਿਹਾ ਤਾਂ ਹੋ ਰਿਹਾ, ਨਹੀਂ ਕਹਿ ਪਾਏਗਾ। ਉਹ ਤਾਂ ਕਹਿ ਰਿਹਾ ਮੈਂ ਕਰਨਾ ਜਾਣਦਾ, ਮੈਂ ਕਰਕੇ ਦਿਖਾ ਰਿਹਾ। ਉਹ ਆਪਣੇ ਤੱਕ ਸੀਮਿਤ ਰਹੇਗਾ। ਧਿਆਨ ਰੱਖਣਾ, ਆਪਣਾ ਮਨ ਦੀ ਜਿਹੜੀ ਅਵਸਥਾ ਹੈ ਉਹ ਅੰਦਰ ਜਾਏਗੀ ਹੀ ਨਹੀਂ, ਮਨ ਤੱਕ ਰੁਕ ਜਾਏਗੀ। ਜਦੋਂ ਬੋਲੇਗਾ ਮਨ ਤੱਕ ਬੋਲੇਗਾ, ਆਪਣਾ ਮਨ ਆਪਣੇ ਆਪ ਤੱਕ ਬੋਲੇਗਾ। ਮੈਂ ਕੀਤਾ, ਇਹ ਕਦੇ ਨਹੀਂ ਕਹਿੰਦਾ ਮੈਂ ਤਾਂ ਕੀਤਾ ਕਿਉਂਕਿ ਮਾਲਕ ਤੈਂ ਕਰਾਇਆ। ਉਹ ਅੰਦਰਲੇ ਨਾਲ ਰਿਫਲੈਕਟ ਕਰਕੇ ਬੋਲ ਹੀ ਨਹੀਂ ਪਾ ਰਿਹਾ। ਘੱਟ ਬੈਠੇ ਰੱਬ ਨੂੰ ਜਨਾ ਕੇ ਬੋਲ ਹੀ ਨਹੀਂ ਪਾਉਂਦਾ ਮਨ, ਆਪਣੇ ਆਪ ਨੂੰ ਜਨਾ ਕੇ ਬੋਲਦਾ ਹੈ, ਆਪਣੇ ਆਪ ਨੂੰ ਦਰਸਾ ਕੇ ਬੋਲਦਾ ਹੈ। ਇਹਨੂੰ ਹੰਕਾਰ ਕਹਿੰਦੇ ਨੇ। ਯਾਦ ਰੱਖੋ, ਇਸ ਗੱਲ ਨੂੰ ਪਹਿਲਾਂ ਸਮਝੋ। ਹੰਕਾਰ ਦਾ ਅਰਥ ਹੈ ਕਿ ਜਦੋਂ ਮਨ ਆਪਣੇ, ਹੁਣ ਮੇਰਾ ਮਨ ਆਪਣੇ ਆਪ ਨੂੰ ਜਨਾ ਕੇ ਬੋਲੇ, ਮੇਰਾ ਮਨ ਹੰਕਾਰੀ ਹੈ। ਮੇਰਾ ਮਨ ਘੱਟ ਬੈਠੇ ਰੱਬ ਨੂੰ ਜਨਾ ਕੇ ਬੋਲੇ, ਮੇਰਾ ਮਨ ਭਗਤ ਹੈ। ਮੇਰਾ ਮਨ ਜਿਸ ਵੇਲੇ ਇਹ ਜਾਣੇ ਕਿ ਰੱਬ ਜੀ ਬੁਲਾਉਂਦੇ ਨੇ ਤਾਂ ਮੈਂ ਬੋਲਦਾ, ਘੱਟ ਬੈਠੇ ਰੱਬ ਜੀ ਕਰਾਉਂਦੇ ਨੇ ਤਾਂ ਮੈਥੋਂ ਹੁੰਦਾ ਹੈ, ਤਾਂ ਸਮਝੋ ਮੇਰਾ ਮਨ ਜਦੋਂ ਚੱਲਦਾ ਨਾ ਸੰਸਾਰ ਵਿੱਚ ਵਿਚਰਦਾ ਹੈ, ਰੱਬ ਦਾ ਭਗਤ ਬਣ ਕੇ ਵਿਚਰਦਾ ਹੈ, ਆਪਣੇ ਆਪ ਦੇ ਹੰਕਾਰ ਵਿੱਚ ਨਹੀਂ ਵਿਚਰਦਾ ਮੇਰਾ ਮਨ। ਧਿਆਨ ਰੱਖਣਾ, ਐਸਾ ਹਰੇਕ ਇੰਡੀਵਿਜੂਅਲ ਨੇ ਜਾਣਨਾ ਹੈ, ਐਸੇ ਹਰੇਕ ਬੰਦੇ ਨੂੰ ਸਮਝ ਆਉਣੀ ਹੈ। ਸੋ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਜਿਨ੍ਹਾਂ ਪ੍ਰਾਪਤ ਹੋਏ, ਜਿਹੜਾ ਗੁਰੂ ਦੇ ਗੁਰ ਵੱਲ ਮੁਖ ਰੱਖਦਾ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸੋ ਮਹਾਰਾਜ ਕਹਿੰਦੇ ਹਰ ਜੀਓ ਆਪਣੀ ਕਿਰਪਾ ਕਰੇ। ਕਹਿੰਦੇ ਹਰ ਜੀਓ, ਹਰ ਦਾ ਅਰਥ ਬਹੁਤ ਧਿਆਨ ਰੱਖਿਓ। ਜਿਹੜਾ ਰੱਬ ਮੇਰੇ ਵਿੱਚ ਵਸਦਾ ਹੈ ਨਾ, ਉਹ ਰੱਬ ਹਰੇਕ ਵਿੱਚ ਵਸਦਾ ਹੈ। ਯਾਦ ਰੱਖਿਓ, ਹਰੇਕ ਵਿੱਚ। ਜਦੋਂ ਮੈਂ ਛੋਟਾ ਸੀ, ਜਦੋਂ ਆਪਾਂ ਛੋਟੇ ਹੁੰਦੇ ਹਾਂ, ਆਪਣੀ ਮਦਦ ਕੌਣ ਕਰਦਾ ਹੈ? ਜਦੋਂ ਆਪਾਂ ਰੋਟੀ ਖਾਣੀ ਨਹੀਂ ਸਿੱਖੇ, ਹਾਲੇ ਕੱਪੜੇ ਪਹਿਨਣੇ ਨਹੀਂ ਸਿੱਖੇ, ਉਹ ਕੌਣ ਮਦਦ ਕਰ ਰਿਹਾ ਸਾਨੂੰ? ਕਹਿੰਦੇ ਦੂਜਾ ਕਰ ਰਿਹਾ, ਮਾਂ ਕਰ ਰਹੀ ਹੈ, ਪਿਤਾ ਕਰ ਰਿਹਾ ਹੈ ਨਾ, ਫਿਰ ਸਮਾਜ ਕਰ ਰਿਹਾ ਹੈ। ਉਹ ਜਿਹੜਾ ਦੂਜਾ ਕਰਦਾ ਨਾ, ਉਹਦੇ ਵਿੱਚੋਂ ਪਹਿਲਾਂ ਰੱਬ ਕਰਦਾ ਹੁੰਦਾ। ਐਸਾ ਜਾਣੋ, ਐਸਾ ਜਾਣੋ। ਉਹਨੂੰ ਕਹਿੰਦੇ ਨੇ ਹਰ ਜੀਓ ਕਿਰਪਾ ਕਰੇ। ਕਹਿੰਦੇ ਭਾਈ, ਕਹਿੰਦੇ ਹਰ ਜੀਓ ਆਪਣੀ ਕਿਰਪਾ ਕਰੇ, ਗੁਰਮੁਖ ਨਾਮ ਵਡਿਆਈ ਦੇ। ਕਹਿੰਦੇ ਜਿਹੜੇ ਗੁਰ ਵੱਲ ਮੁਖ ਰੱਖਦੇ ਨੇ, ਜਿਨ੍ਹਾਂ ਨੂੰ ਬਾਣੀ ਦੀ ਸੋਝੀ ਪ੍ਰਾਪਤ ਹੁੰਦੀ ਹੈ, ਕਹਿੰਦੇ ਉਹ ਰੱਬ ਦਾ ਨਾਮ ਲੈਂਦੇ ਨੇ, ਫਿਰ ਆਪਣਾ ਨਾਮ ਨਹੀਂ ਲੈਂਦੇ। ਉਹ ਰੱਬ ਦਾ ਜ਼ਿਕਰ ਕਰਦੇ ਨੇ, ਆਪਣਾ ਜ਼ਿਕਰ ਨਹੀਂ ਕਰਦੇ। ਮਹਾਰਾਜ ਕਹਿੰਦੇ ਉਹ ਵਡਿਆਈ ਰੱਬ ਦੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਹਨੂੰ ਰੱਬ ਆਪ ਦਿੰਦੇ ਨੇ। ਧਿਆਨ ਰੱਖਣਾ, ਘੱਟ ਬੈਠੇ ਰੱਬ ਦੀ ਰਿਫਲੈਕਸ਼ਨ ਹੋਣੀ ਚਾਹੀਦੀ ਹੈ ਸਾਡੇ ਬੋਲਾਂ ਵਿੱਚ, ਸਾਡੇ ਕਰਮ ਦੇ ਵਿੱਚ। ਹਰੇਕ ਕਰਮ ਕਰਦਿਆਂ ਹੋਇਆ ਸਾਡਾ ਮਨ ਆਪਣੇ ਤੱਕ ਰਿਫਲੈਕਟ ਨਾ ਕਰਵੇ। ਸਾਡਾ ਮਨ ਘੱਟ ਬੈਠੇ ਰੱਬ ਨੂੰ ਰਿਫਲੈਕਟ ਕਰਨਾ ਸਿੱਖੇ, ਘੱਟ ਬੈਠੇ ਰੱਬ ਨੂੰ ਐਡਰੈਸ ਕਰਨਾ ਸਿੱਖੇ ਜਦੋਂ ਕੋਈ ਵੀ ਰਿਫਲੈਕਸ਼ਨ ਦੇਣੀ ਹੈ ਦੁਨੀਆ ਦੇ ਵਿੱਚ। ਨਹੀਂ ਤਾਂ ਮਨ ਸਾਡਾ ਦੁਖੀ ਹੁੰਦਾ ਹੈ, ਤਨ ਰੋਗੀ ਹੋ ਜਾਂਦਾ ਹੈ। ਯਾਦ ਰੱਖਣਾ, ਮਨ ਦੁਖੀ ਹੁੰਦਾ ਹੈ ਅਤੇ ਤਨ ਰੋਗੀ ਹੋ ਜਾਂਦਾ ਹੈ। ਸਾਡਾ ਤਨ ਰੋਗੀ ਹੁੰਦਾ ਹੀ ਤਾਂ ਹੈ ਜਦੋਂ ਮਨ ਆਪਣੇ ਤੱਕ ਮੈਂ ਕਰਦਾ ਹੈ, ਆਪਣੇ ਆਪ ਨੂੰ ਰਿਫਲੈਕਟ ਕਰਦਾ ਹੁੰਦਾ ਹੈ। ਸਾਡਾ ਮਨ ਨਿਰੋਗ ਉਦੋਂ ਹੁੰਦਾ ਹੈ ਜਦੋਂ ਮਨ ਡੈਪਥ ਵਿੱਚ ਜਾਂਦਾ ਹੈ, ਜਦੋਂ ਮਨ ਕਹਿੰਦਾ ਮੈਂ ਨਹੀਂ ਕਰਦਾ, ਤੂੰ ਕਰਾਉਣਾ ਹੈ। ਮੈਂ ਨਹੀਂ ਬੋਲਿਆ, ਤੈਂ ਬੁਲਾਇਆ ਤਾਂ ਮੈਂ ਬੋਲਿਆ। ਧਿਆਨ ਰੱਖਣਾ, ਮੈਂ ਇੱਥੇ ਆਇਆ ਤਾਂ ਆਇਆ ਕਿਉਂਕਿ ਤੂੰ ਲੈ ਕੇ ਆਏ। ਕੰਟੀਨਿਊਟੀ ਦੇ ਵਿੱਚ ਜਦੋਂ ਕਰਮ ਕਰਦਾ ਹੋਵੇ ਸਾਡਾ ਸਰੀਰ, ਘੱਟ ਬੈਠੇ ਰੱਬ ਨੂੰ ਰਿਫਲੈਕਟ ਮਨ ਬਹੁਤ ਅੱਛੇ ਤਰੀਕੇ ਨਾਲ, ਕਲੈਰਿਟੀ ਨਾਲ ਕਰਦਾ ਹੋਵੇ, ਅਤੇ ਮਨ ਨਿਰਮਲ ਹੁੰਦਾ ਹੈ ਅਤੇ ਤਨ ਨਿਰੋਗ ਹੁੰਦਾ ਹੈ। ਨਹੀਂ ਤਾਂ ਤਨ ਰੋਗੀ ਹੋ ਜਾਂਦਾ ਹੈ, ਮਨ ਮੈਲਾ ਹੋ ਜਾਂਦਾ ਹੈ। ਧਿਆਨ ਰੱਖਣਾ, ਮਨ ਮੈਲੇ ਸਭ ਕੁਛ ਮੈਲਾ। ਧਿਆਨ ਰੱਖਣਾ, ਤਨ ਧੋਤੇ ਮਨ ਹੱਛਾ ਨਾ ਹੋਏ। ਧਿਆਨ ਰੱਖਣਾ, ਜਿੰਨਾ ਮਰਜ਼ੀ ਸਰੀਰ ਧੋ ਲਿਓ, ਮਨ ਨਹੀਂ ਨਿਰਮਲ ਹੋਏਗਾ ਫਿਰ। ਸੋ ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਇਸ ਰਹਾਉ ਦੀ ਪੰਕਤੀ ਨੂੰ ਵਿਚਾਰਿਓ। ਕਹਿੰਦੇ ਅੱਜ ਆਪਾਂ ਇੱਥੇ ਤੱਕ ਵਿਚਾਰਾਂਗੇ ਕਿਉਂਕਿ ਬੱਚੇ ਆ ਗਏ ਅਤੇ ਇਹਨਾਂ ਨੇ ਹੁਣ ਆਪਣਾ ਪ੍ਰੋਗਰਾਮ ਰੱਖਣਾ ਹੈ। ਸੋ ਮਹਾਰਾਜ ਜੀ ਦੀ ਵਿਚਾਰ ਨੂੰ ਆਪਾਂ ਇੰਨੀ ਗੱਲ ਕਰਕੇ ਹਿਰਦੇ 'ਚ ਵਸਾਓ
ਕਹਿੰਦੇ ਹਰ ਜੀਓ ਆਪਣੀ ਕਿਰਪਾ ਕਰੇ। ਆ ਜਿਹੜੀ ਬਾਣੀ ਹੈ ਨਾ, ਹਰੇਕ ਵਿੱਚੋਂ ਇੱਕ ਰੱਬ ਬੋਲੇ, ਇਹਨੂੰ ਅਸੀਂ ਕਹਿੰਦੇ ਹਰ ਕੀ ਬਾਣੀ। ਕੀ ਕਹਿੰਦੇ ਆ? ਹਰ ਕੀ ਬਾਣੀ। ਜਦੋਂ ਆਪਣੇ ਵਿੱਚੋਂ ਬੋਲਦਾ ਹੋਵੇ ਰੱਬ ਜੀ, ਉਹਨੂੰ ਪ੍ਰਭ ਕੀ ਬਾਣੀ ਕਹਿੰਦੇ। ਕੀ ਕਹਿੰਦੇ ਆ? ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਕਹਿੰਦੇ ਆਏ ਰੱਬ ਦੇਖੋ ਸਾਰੇ ਭਗਤਾਂ ਵਿੱਚ, ਹਰੇਕ ਭਗਤ ਵਿੱਚ ਉਹਨੂੰ ਹਰ ਸ਼ਬਦ ਵਰਤ ਰਿਹਾ। ਕਹਿੰਦੇ ਹਰੇਕ ਭਗਤ ਵਿੱਚ ਕਹਿੰਦੇ ਇੱਕ ਰੱਬ ਵਸਦਾ ਸੀ, ਇੱਕ ਰੱਬ ਵਸਦਾ ਰਿਹਾ। ਉਹਨੇ ਬੁਲਾਇਆ ਤਾਂ ਭਗਤ ਬੋਲੇ, ਹੈ ਨਾ। ਐਸੇ ਜਿਨ੍ਹਾਂ ਵਿੱਚੋਂ ਇੱਕ ਰੱਬ ਬੋਲੇ, ਐਸੀ ਬਾਣੀ ਨੂੰ ਅਸੀਂ ਹਰ ਕੀ ਬਾਣੀ ਕਹਿ ਰਹੇ। ਕੀ ਕਹਿ ਰਹੇ ਹਾਂ? ਹਰ ਕੀ ਬਾਣੀ। ਕਹਿੰਦੇ ਫਿਰ ਪ੍ਰਭ ਕੀ ਬਾਣੀ ਕਦੋਂ ਬੋਲਦੇ ਆ, ਪ੍ਰਭ ਸ਼ਬਦ ਕਦੋਂ ਵਰਤਦੇ ਆ? ਕਹਿੰਦੇ ਜਿਸ ਵੇਲੇ ਪਰਮੇਸ਼ਰ ਇਸ ਭੌਤਿਕ ਤੱਤ ਵਿੱਚੋਂ ਬੋਲਦਾ ਹੋਵੇ, ਆਪਣੇ ਸਰੀਰ ਵਿੱਚੋਂ ਬੋਲਦਾ ਹੋਵੇ। ਧਿਆਨ ਰੱਖਣਾ, ਜਿੱਥੇ ਮਹਾਰਾਜ ਕਹਿੰਦੇ ਮੈਂ ਨਹੀਂ ਬੋਲ ਰਿਹਾ, ਰੱਬ ਬੁਲਾ ਰਿਹਾ ਤਾਂ ਮੈਂ ਬੋਲ ਰਿਹਾ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਉੱਥੇ ਫਿਰ ਅਸੀਂ ਸ਼ਬਦ ਬੋਲਾਂਗੇ, ਇਹ ਘੱਟ ਬੈਠੇ ਰੱਬ ਨੇ ਨਾਨਕ ਪਾਤਸ਼ਾਹ ਨੂੰ ਬੁਲਾਇਆ ਤਾਂ ਨਾਨਕ ਪਾਤਸ਼ਾਹ ਬੋਲੇ। ਧਿਆਨ ਰੱਖਣਾ, ਤਾਂ ਜੀਵਨ ਵਿੱਚ ਐਸੀ ਬਾਣੀ ਦੇ ਸ਼ਬਦ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਰੋਏ ਹੋਏ ਨੇ। ਭਾਈ ਆਖੋ ਸਤਿਨਾਮ। ਐਸਾ ਇੱਕ ਸ਼ਬਦ ਮਹਾਰਾਜ ਨੇ ਇਕੱਠਾ ਕੀਤਾ ਹੋਇਆ, ਜਿਹਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ, ਜਿਹਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ। ਸੋ ਅੱਜ ਇਤਨੇ ਸ਼ਬਦ ਪ੍ਰਵਾਨ ਕਰਿਓ, ਹਰੇਕ ਵਿੱਚ ਵਸਦਾ ਹੈ ਰੱਬ। ਧਿਆਨ ਰੱਖਣਾ, ਐਸੇ ਰੱਬ ਦਾ ਜ਼ਿਕਰ ਮਹਾਰਾਜ ਕਰਦੇ ਨੇ। ਸੋ ਬਾਣੀ ਜੀ ਦੀ ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹਨ। ਆਓ ਫਤਿਹ ਦਾ ਬਾਜਾ ਫਤਿਹ ਵਿੱਚ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, हे पूर्ण हे सर्व मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जा कै सदा विवेक, हे अपरंपर हर हरे है भी होवनहार, हे संतां कै सदा संग निधारा धार, हे ठाकुर हाँ दासरो मैं निर्गुण गुण नहीं कोय, नानक दीजै नाम दान राखो हिय परोय, नानक दीजै नाम दान राखो हिय परोय। वाहिगुरु जी का खालसा, वाहिगुरु जी की फतेह।